ਜਸ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਕੇਪੀ ਸਿੰਘ ਟੂ ਦਾ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ। ਅਕਾਲੀ ਭਾਜਪਾ ਗੱਠਜੋੜ ਕਈ ਦਹਾਕੇ ਚੱਲਿਆ ਪਰ ਤੋੜ ਵਿਛੋੜਾ ਹੋਇਆ। ਜਨ ਸੰਘ ਵੇਲੇ ਤੋਂ ਇਹ ਇੱਕ ਦੂਜੇ ਨਾਲ ਇਕੱਠੇ ਹੋਣੇ ਸ਼ੁਰੂ ਹੋਏ ਤੇ ਬਹੁਤ ਸਾਲਾਂ ਤੱਕ ਇਕੱਠੇ ਰਹੇ, ਪਰ ਹੁਣ ਗੱਠਜੋੜ ਦੀ ਗੱਲ ਮੁੜ ਤੋਂ ਸ਼ੁਰੂ ਹੋਣ ਲੱਗੀ ਹੈ। ਕਿਉਂ ਸ਼ੁਰੂ ਹੋ ਰਹੀ ਹੈ? ਜਿਹੜੀ ਅਕਾਲੀ ਦਲ ਦੀ ਲੋਕਲ ਲੀਡਰਸ਼ਿਪ ਹੈ ਜਾਂ ਸਥਾਨਕ ਲੀਡਰਸ਼ਿਪ ਕਹਿ ਲਓ, ਤੇ ਜੋ ਬੀਜੇਪੀ ਦੀ ਸਥਾਨਕ ਲੀਡਰਸ਼ਿਪ ਹੈ ਉਹ ਲਗਾਤਾਰ ਬਿਆਨ ਦਿੰਦੀ ਰਹੀ ਹੈ। ਵਿੱਚ ਕਦੇ ਕਹਿੰਦੇ ਗੱਠਜੋੜ ਹੋਣਾ ਚਾਹੀਦਾ, ਕਦੇ ਕਹਿੰਦੇ ਨਹੀਂ ਹੋਣਾ ਚਾਹੀਦਾ, ਕਦੇ ਕਦਾਈ ਇਹਨਾਂ ਦੇ ਹਾਈ ਕਮਾਨ ਨੇ ਪੱਲਾ ਵੀ ਝਾੜ ਲਿਆ। ਪਰ ਹੁਣ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਇੱਕ ਬਿਆਨ ਦਿੱਤਾ, ਕਹਿੰਦੇ ਅਕਾਲੀਆਂ ਨਾਲ ਗੱਠਜੋੜ ਸਾਨੂੰ ਮਹਿੰਗਾ ਪੈਂਦਾ ਰਿਹਾ। ਮਹਿੰਗਾ ਕਿਉਂ ਪੈਂਦਾ ਰਿਹਾ? ਜੂਨੀਅਰ ਪਾਰਟਨਰ ਹੋਣ ਕਰਕੇ ਮਹਿੰਗਾ ਪੈਂਦਾ ਰਿਹਾ। ਇਹੋ ਜਿਹੇ ਸਵਾਲ ਆਏ ਆ ਸਾਹਮਣੇ, ਪਰ ਅਸੀਂ ਇਹ ਪੁੱਛਾਂਗੇ ਕਿ ਇਸ ਨੂੰ ਮਹਿੰਗਾ ਪਿਆ ਗੱਠਜੋੜ। ਹਰਦੀਪ ਸਿੰਘ ਪੁਰੀ ਨੇ ਕਿਹਾ ਕੀ ਕੁਛ ਹੈ, ਪਹਿਲਾਂ ਸੁਣ ਲਈਏ। ਜਦੋਂ ਮੈਂ ਉੱਥੇ ਗਿਆ, ਸਾਡੀ ਪਾਰਟੀ ਤਾਂ ਕਦੀ ਲੜੀ ਨਹੀਂ ਸੀ ਨਾ ਜਲੰਧਰ। ਇਸੇ ਜ਼ਮੀਨ ਤੇ ਤਾਂ ਸਾਡੀ ਕੋਈ ਪਕੜ ਸੀਗੀ ਹੀ ਨਹੀਂ, ਸਾਡੇ ਲੋਕ ਵੀ ਨਹੀਂ ਸੀਗੇ। ਮੈਨੂੰ ਬੜੀ ਖੁਸ਼ੀ ਹੈ 60 ਬੂਥ ਵਿੱਚੋਂ ਪਤਾ ਨਹੀਂ 27 28 ਤੇ ਅਸੀਂ ਨੰਬਰ 1 ਆਇਆ, ਬਾਕੀ 16 18 ਚ ਅਸੀਂ ਨੰਬਰ 2 ਆਇਆ। ਜਿੱਥੇ ਵੀ ਕੋਈ ਤੇ 2 ਵੋਟ, ਕਿਸੇ 4 ਵੋਟ ਤੇ, ਮਤਲਬ ਅਸੀਂ ਆਪਣੇ ਪੈਰ ਤੇ ਖੜਾ ਹੋਣਾ ਸਿੱਖ ਰਿਹਾ ਕਿ ਜਿਹੜਾ ਗਠਬੰਧਨ ਸੀ ਸਾਨੂੰ ਬੜਾ ਮਹਿੰਗਾ ਪਿਆ ਸੀ। ਹੋਰ ਕੋਈ ਕਾਰਨ ਨਹੀਂ, ਕਿਉਂਕਿ ਗਠਬੰਧਨ ਵਿੱਚ ਅਸੀਂ ਜੂਨੀਅਰ ਪਾਰਟਨਰ ਸੀਗੇ। 117 ਅਗਰ ਅਸੈਂਬਲੀ ਸੀਟਾਂ ਗਈਆਂ ਸੀ, ਸਿਰਫ 23 ਲੜਦੇ ਸੀਗੇ। ਹੁਣ ਅਸੀਂ ਲੜਾਂਗੇ, ਸਾਡਾ ਸੰਗਠਨ ਬਣੇਗਾ, ਸਾਡੀ ਜਿਹੜੀ ਵਿਚਾਰਧਾਰਾ ਹੈਗੀ, ਜਿਹੜਾ ਵਿਕਾਸ ਦਾ ਕੰਮ ਹੈਗਾ ਉਹ ਹੋਏਗਾ। ਵੱਡਾ ਸਵਾਲ ਅਸੀਂ ਇਹ ਪੁੱਛਾਂਗੇ, ਭਾਜਪਾ ਨੇ ਅਕਾਲੀਆਂ ਨੂੰ ਗੱਠਜੋੜ ਤੇ ਮਹਿੰਗੇ ਲਤਾਨਾ ਮਾਰ ਕੇ ਭਵਿੱਖ ਲਈ ਕਿਹੜਾ ਤੀਰ ਛੱਡਿਆ? ਇਸੇ ਸਵਾਲ ਤੇ ਬਹਿਸ ਹੋਏਗੀ। ਜਿਹੜਾ ਪੈਨਲ ਸਾਡੇ ਨਾਲ ਤਾਰਫ ਕਰਾ ਰਹੇ ਤੇ ਉਸ ਤੋਂ ਬਾਅਦ ਡਿਬੇਟ ਓਪਨ ਹੋ ਜਾਊਗੀ। ਅਸ਼ੋਕ ਸਰੀਨ ਭਾਰਤੀ ਜਨਤਾ ਪਾਰਟੀ ਸਪੋਕਸਪਰਸਨ ਹੈ ਤੇ ਬੈਠੇ ਉਸ ਜਗ੍ਹਾ ਤੇ ਹੈ ਜਿੱਥੋਂ ਇਹ ਸਾਰੇ ਭੁਲੇਖੇ ਨਿਕਲਦੇ ਆ ਕਿ ਗੱਠਜੋੜ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ। ਜਲੰਧਰ ਬੈਠੇ ਆ ਕਿਉਂਕਿ ਜਲੰਧਰ ਦੇ ਨਤੀਜਿਆਂ ਨੇ ਇਹ ਬਹਿਸ ਛੇੜੀ ਹੈ। ਅਸ਼ੋਕ ਸਰੀਨ ਤੁਹਾਡਾ ਬਹੁਤ ਸਵਾਗਤ ਹੈ। ਹਰਜੀਤ ਸਿੰਘ ਭੁੱਲਰ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਪਰਸਨ ਹੈ ਤੇ ਕਦੇ ਬੀਜੇਪੀ ਵਿੱਚ ਵੀ ਰਹੇ ਬੜਾ ਲੰਬਾ ਸਮਾਂ ਤੇ ਹੁਣ ਅਕਾਲੀਆਂ ਵਿੱਚ ਹੈ। ਇਸ ਕਰਕੇ ਅਕਾਲੀ ਦਲ ਕਹਿੰਦਾ ਕਿ ਹਰਜੀਤ ਸਿੰਘ ਭੁੱਲਰ ਇਸ ਮੁੱਦੇ ਤੇ ਜ਼ਿਆਦਾ ਬਿਹਤਰ ਢੰਗ ਨਾਲ ਆਪਣੀ ਪਾਰਟੀ ਦਾ ਪੱਖ ਰੱਖ ਸਕਦੀ ਹੈ। ਇਸ ਕਰਕੇ ਉਹਨਾਂ ਨੇ ਭੁੱਲਰ ਸਾਹਿਬ ਨੂੰ ਭੇਜਿਆ। ਭੁੱਲਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਬਿਕਰਮਜੀਤ ਪਾਸੀ ਇਹ ਆਮ ਆਦਮੀ ਪਾਰਟੀ ਸਪੋਕਸਪਰਸਨ ਹੈ, ਪਰ ਇਹਨਾਂ ਨੇ ਨੇੜਤਾ ਅਕਾਲੀ ਦਲ ਦੇ ਬਹੁਤ ਲੀਡਰਾਂ ਨਾਲ ਪਹਿਲਾਂ ਰਹੀ ਹੈ ਤੇ ਇਹਨਾਂ ਨੂੰ ਪਤਾ ਕਿ ਗੱਠਜੋੜ ਦੀ ਕੀਮਤ ਕੀ ਹੁੰਦੀ ਹੈ, ਕਿਉਂਕਿ ਗੱਠਜੋੜ ਇਹਨਾਂ ਦੀ ਪਾਰਟੀ ਵੀ ਕਰ ਚੁੱਕੀ ਹੈ। ਉਹ ਦਿੱਲੀ ਵਿੱਚ ਕੀਤਾ ਸੀ 49 ਦਿਨਾਂ ਦੀ ਸਰਕਾਰ ਦੇ ਵਿਚਾਲੇ, ਤੇ ਹੁਣ ਪੰਜਾਬ ਵਿੱਚ ਗੱਠਜੋੜ ਦੀ ਲੋੜ ਹੈ ਕਿ ਨਹੀਂ ਹੈ? ਪਾਸੀ ਸਾਹਿਬ ਸੁਣਨ ਦੀ ਕੋਸ਼ਿਸ਼ ਕਰਾਂਗੇ। ਬਿਕਰਮ ਪਾਸੀ ਤੁਹਾਡਾ ਬਹੁਤ ਸਵਾਗਤ ਹੈ। ਕਾਂਗਰਸ ਸਪੋਕਸਪਰਸਨ ਅਰਸ਼ਪ੍ਰੀਤ ਸਿੰਘ ਖੜਿਆਲ ਜਦੋਂ ਆ ਜਾਣਗੇ ਉਹਨਾਂ ਦਾ ਵੀ ਸਵਾਗਤ ਕਰ ਦੇਵਾਂਗੇ। ਅਸ਼ੋਕ ਸਰੀਨ, ਬੀਜੇਪੀ ਲਗਾਤਾਰ ਗੱਠਜੋੜ ਨਹੀਂ ਕਰਨਾ ਇਹ ਬਿਆਨ ਦਿੰਦੀ ਰਹੀ ਹੈ, ਪਰ ਕੇਂਦਰੀ ਮੰਤਰੀ ਨੇ ਜਿਹੜਾ ਬਿਆਨ ਦਿੱਤਾ ਉਹ ਕਹਿੰਦੇ ਮਹਿੰਗਾ ਪਿਆ। ਮਹਿੰਗਾ ਤੁਹਾਨੂੰ ਹੀ ਪਿਆ ਇਕੱਲਿਆਂ ਨੂੰ? ਦੇਖੋ, ਕੇਂਦਰੀ ਮੰਤਰੀ ਜੀ ਨੇ ਜਿਹੜਾ ਇਹ ਬਿਆਨ ਦਿੱਤਾ ਹੈ ਕਿ ਆਪਾਂ ਗੱਠਜੋੜ ਨਹੀਂ ਕਰਨਾ, ਮਹਿੰਗਾ ਪਿਆ ਜਾਂ ਸਸਤਾ ਪਿਆ। ਮਹਿੰਗੇ ਦੇ ਵਿੱਚ ਏਦਾਂ ਹੈ ਕਿ ਸਰਕਾਰ 2007 ਤੋਂ 12 ਤੱਕ ਰਹੀ। ਮਹਿੰਗਾ ਇਸ ਤਰ੍ਹਾਂ ਵੀ ਪਿਆ ਕਿ ਪੂਰੇ ਦੇਸ਼ ਦੇ ਅੰਦਰ ਜਦੋਂ ਗਠਬੰਧਨ ਦੀਆਂ ਸਰਕਾਰਾਂ ਆਉਂਦੀਆਂ, ਇੱਕ ਪਾਰਟੀ ਦਾ ਮੁੱਖ ਮੰਤਰੀ ਹੁੰਦਾ, ਇੱਕ ਪਾਰਟੀ ਦਾ ਉਪ ਮੁੱਖ ਮੰਤਰੀ ਹੁੰਦਾ। ਸਾਡੀ ਪਾਰਟੀ ਨੂੰ ਮਹਿੰਗਾ ਇਸ ਲਈ ਪਿਆ ਸੀ, ਪੰਜਾਬ ਦੇ ਹਿੱਤਾਂ ਨੂੰ ਧਿਆਨ 'ਚ ਰੱਖਦੇ ਹੋਏ ਆਪਣੇ ਕਾਰਜਕਰਤਾ ਦਾ ਅਧਿਕਾਰ ਨੂੰ ਮਾਰ ਕੇ ਮੁੱਖ ਮੰਤਰੀ ਵੀ ਇੱਕੇ ਹੀ ਪਾਰਟੀ ਦਾ, ਉਪ ਮੁੱਖ ਮੰਤਰੀ ਵੀ ਇੱਕੇ ਹੀ ਪਾਰਟੀ ਦਾ, ਉਸੇ ਹੀ ਪਾਰਟੀ ਦਾ। ਇਹ ਜਿਹਾ ਗਠਬੰਧਨ ਜਿਹੜਾ ਹੈ ਪੂਰੇ ਦੇਸ਼ 'ਚ ਕਿਸੇ ਵੀ ਰਾਜਨੀਤਿਕ ਦਲ ਦੀਆਂ 2 ਪਾਰਟੀਆਂ ਦਾ ਤੁਸੀਂ ਨਹੀਂ ਦੇਖਿਆ ਹੋਣਾ। ਚਾਹੇ ਹੁਣ ਤੁਸੀਂ ਨਿਤਿਸ਼ ਜੀ ਦਾ ਦੇਖ ਲਓ, ਉਪ ਮੁੱਖ ਮੰਤਰੀ ਲਾਲੂ ਯਾਦਵ ਜੀ ਦੇ ਬੇਟੇ ਹੈ। ਕਿਤੇ ਵੀ ਜਿੱਥੇ ਗਠਬੰਧਨ ਦੀ ਸਰਕਾਰ ਹੁੰਦੀ ਹੈ, ਇੱਕ ਪਾਰਟੀ ਮੁੱਖ ਮੰਤਰੀ, ਦੂਸਰੀ ਉਪ ਮੁੱਖ ਮੰਤਰੀ। ਤੇ ਉਹਨਾਂ ਨੇ ਇਸ ਲਹਿਜੇ ਦੇ ਵਿੱਚ ਕਿਹਾ ਮਹਿੰਗਾ ਪਿਆ ਕਿਉਂਕਿ ਕਾਰਜਕਰਤਾਵਾਂ ਦੀਆਂ ਇੱਛਾ ਸੀ, ਕਾਰਜਕਰਤਾਵਾਂ ਦੀਆਂ ਭਾਵਨਾਵਾਂ ਸੀਗੀਆਂ। ਪਰ ਪੰਜਾਬ ਦੇ ਕਾਰਜਕਰਤਾਵਾਂ ਦੀਆਂ ਭਾਵਨਾਵਾਂ ਨੂੰ ਮੁੱਖ ਨਾ ਰੱਖਦੇ ਹੋਏ, ਪੰਜਾਬ ਹਿੱਤ ਨੂੰ ਮੁੱਖ ਰੱਖਦੇ ਹੋਏ ਸਾਡੀ ਕੇਂਦਰ ਦੀ ਲੀਡਰਸ਼ਿਪ ਨੇ ਇਸ ਜਿਹੜਾ ਘਾਟੇ ਨੂੰ ਸਵੀਕਾਰਿਆ ਸੀ। ਹਰਜੀਤ ਸਿੰਘ ਭੁੱਲਰ, ਫਿਰ ਤਾਂ ਪੁਰੀ ਸਾਹਿਬ ਨੇ ਸਹੀ ਕਿਹਾ, ਉਹਨਾਂ ਨੂੰ ਮਹਿੰਗਾ ਪਿਆ ਹੀ ਹੈ ਕਿਉਂਕਿ ਉਹਨਾਂ ਨੂੰ ਤੁਸੀਂ ਕੁਰਸੀ ਨਹੀਂ ਦਿੱਤੀ ਜਿਹੜੀ ਕੁਰਸੀ ਉਹ ਮੰਗਦੇ ਸੀਗੇ। ਭੁੱਲਰ ਸਾਹਿਬ केपी जी, आवाज आ रही जी मेरी? जी जी बोलो। केपी जी, गल इस तरह हैगी है, ਜਿਹੜਾ ਮਹਿੰਗਾ ਪਿਆ 3 ਵਾਰੀ ਸਰਕਾਰ ਬਣੀ, ਜਦੋਂ ਸਮਝੌਤੇ 'ਚ ਬਣੀ ਪੰਜਾਬ ਦੇ ਵਿੱਚ 97 ਵਿੱਚ ਬਣੀ ਔਰ 2 ਵਾਰ ਉਸ ਤੋਂ ਬਾਅਦ 'ਚ ਬਣੀ ਹੈ। ਇੱਕ ਵਾਰੀ 19 ਐਮਐਲਏ ਸੀਗੇ, ਇੱਕ ਵਾਰੀ 10 ਐਮਐਲਏ ਸੀਗੇ, ਇੱਕ ਵਾਰੀ 3 ਐਮਐਲਏ ਸੀ, ਲੇਕਿਨ ਹਿੱਸੇਦਾਰੀ 60 ਦੀ ਮਿਲਦੀ ਰਹੀ ਹੈ ਇਹਨਾਂ ਨੂੰ। ਇਹ ਬਣੀਆਂ ਬਰਾਬਰ ਦੀਆਂ ਕਦੀ ਨਹੀਂ ਰਹੇ ਜੀ, 3 ਤਾਂ ਕਦੀ ਨਹੀਂ ਰਹੇ। ਉਦੋਂ ਸਰਕਾਰ ਨਹੀਂ ਰਹੀ ਜੀ, 3 ਰਹੇ ਨੇ ਤੁਸੀਂ, ਉਦੋਂ ਸਰਕਾਰ ਨਹੀਂ ਸੀ, ਯਾਰ ਹੋਏ 3 ਵੀ ਰਹੇ ਨੇ। ਤੇ
ਪੂਰੀ ਬਰਾਬਰ ਦੀ ਹਿੱਸੇਦਾਰੀ ਮਿਲਦੀ ਰਹੀ, ਸਰਕਾਰਾਂ ਦੁਆਰੇ ਪੂਰਾ ਮਾਣ ਮਿਲਦਾ ਰਿਹਾ, ਚਾਹੇ ਉਹ ਸੈਂਟਰ ਦੀ ਲੀਡਰਸ਼ਿਪ ਹੋਵੇ ਚਾਹੇ ਪੰਜਾਬ ਦੀ ਲੀਡਰਸ਼ਿਪ ਹੋਵੇ। ਜਿਹੜੇ ਅੱਜ ਦਾਅਵੇ ਕੀਤੇ ਜਾਂਦੇ ਨੇ ਪੰਜਾਬ ਦੇ ਵਿੱਚ ਕਿ ਅਸੀਂ ਸਾਰੇ ਪੰਜਾਬ 'ਚ ਇਲੈਕਸ਼ਨ ਲੜਾਂਗੇ, ਸਾਰੇ ਪੰਜਾਬ ਦੇ ਵਿੱਚ ਆਵਾਂਗੇ, ਚਾਹੇ ਉਹ ਪਹਿਲਾਂ ਅਕਾਲੀ ਦਲ ਦੀਆਂ ਵਿਸਾਖੀਆਂ ਤੇ ਸੀ, ਚਾਹੇ ਅੱਜ ਸੱਜਿਓਂ ਖੱਬਿਓਂ ਇਧਰੋਂ ਉਧਰੋਂ ਜਿਹੜਾ ਭਾਨ ਦੀ ਮਿੱਟੀ ਲਾ ਕੇ ਘੜਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਦੇ ਨਾਲ ਪਾਣੀ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਘੜੇ 'ਚ। ਹੁਣ ਪਤਾ ਨਹੀਂ ਕੱਚੀ ਮਿੱਟੀ ਦਾ ਘੜਾ ਬਣਦਾ ਕਿ ਪੱਕੀ ਦਾ ਬਣਦਾ, ਉਹਦੇ ਆਉਣ ਵਾਲਾ ਸਮਾਂ ਦੱਸੇਗਾ। ਲੇਕਿਨ 2 ਵਾਰ ਐਕਸਪੀਰੀਅੰਸ ਕਰ ਚੁੱਕੇ ਆ ਔਰ ਦੋਨੋਂ ਵਾਰ ਮੂੰਹ ਦੀ ਖਾਣੀ ਪਈ ਹੈ, ਚਾਹੇ ਜਲੰਧਰ ਦੀ ਇਲੈਕਸ਼ਨ ਹੋਵੇ ਚਾਹੇ 2022 ਦੀ ਇਲੈਕਸ਼ਨ ਹੋਵੇ, ਉਹਦੇ ਨਾਲ ਕੋਈ ਬਾਹਲਾ ਫਰਕ ਨਹੀਂ ਪਿਆ। ਉਹ ਕੱਚੀ ਮਿੱਟੀ ਦੇ ਘੜੇ ਨਿਕਲੇ ਆ। ਜਿਹੜਾ ਪੁਰੀ ਸਾਹਿਬ ਦੀ ਗੱਲ ਹੈ, ਜਿੱਦਣ ਸਮਝੌਤੇ ਵਾਲੀ ਕੋਈ ਗੱਲ ਹੋਈ ਉਧਰ ਪੁਰੀ ਸਾਹਿਬ ਨੂੰ ਕਿਹਨੇ ਪੁੱਛਣਾ ਜਾਂ ਲੋਕਲ ਲੀਡਰਸ਼ਿਪ ਨੂੰ ਕਿਹਨੇ ਪੁੱਛਣਾ? ਅੱਜ ਤੱਕ ਜਿੰਨੀਆਂ ਲੋਕਾਂ ਨੂੰ ਜੁਆਇਨਿੰਗ ਕਰਾਈ ਗਈ ਹੈ। ਭੁੱਲਰ ਸਾਹਿਬ ਜਿਹੜੀ ਗੱਲ ਤੁਸੀਂ ਕਹੀ ਹੈ ਵੀ ਪੁਰੀ ਸਾਹਿਬ ਨੂੰ ਕਿਸੇ ਨੇ ਪੁੱਛਣਾ, ਜੋ ਸਰਜੀਤ ਜਾਨੀ ਨੇ ਬਿਆਨ ਦਿੱਤਾ ਸੀ ਤੇ ਵਿਰਸਾ ਸਿੰਘ ਵਲਟੋਆ ਨੇ ਬਿਆਨ ਦਿੱਤਾ ਸੀ, ਮੈਂ ਡਿਬੇਟ ਨਹੀਂ ਕੀਤੀ ਭੁੱਲਰ ਸਾਹਿਬ, ਮੈਂ ਅੱਜ ਡਿਬੇਟ ਇਸ ਕਰਕੇ ਕੀਤੀ ਹੈ ਕਿ ਮਿਸਟਰ ਪੁਰੀ ਨੇ ਬਿਆਨ ਦਿੱਤਾ ਹੈ, ਪੁਰੀ ਸਾਹਿਬ ਨੂੰ ਕਿਸੇ ਨੇ ਪੁੱਛਣਾ। ਭੁੱਲਰ ਸਾਹਿਬ ਕੇਪੀ ਜੀ, ਮਿਸਟਰ ਪੁਰੀ ਨੂੰ ਬੀਇੰਗ ਅ ਸਿੱਖ ਚਿਹਰਾ ਅੱਜ ਜਲੰਧਰ ਦੀ ਇਲੈਕਸ਼ਨ ਦੇ ਵਿੱਚ ਐਜ਼ ਅ ਸਟਾਰ ਕੰਪੇਨਰ ਲਾਇਆ ਗਿਆ ਸੀ, ਲੇਕਿਨ ਉਹ ਮੈਨੂੰ ਲੱਗਦਾ ਜ਼ਿਆਦਾ ਹੀ ਉਸ ਚੀਜ਼ ਨੂੰ ਲੈ ਗਏ ਆ ਕਿ ਸ਼ਾਇਦ ਬਹੁਤ ਵੱਡੀ ਲੀਡਰਸ਼ਿਪ ਉਹਨਾਂ ਨੂੰ ਮਿਲ ਗਈ ਹੈ ਪੰਜਾਬ 'ਚ। ਐਸਾ ਕੁਝ ਨਹੀਂ ਹੈ, ਇਹ ਭਾਰਤੀ ਜਨਤਾ ਪਾਰਟੀ ਹੈ, ਮੈਂ ਵੀ ਉੱਥੇ ਰਿਹਾ ਔਰ ਸਾਨੂੰ ਪਤਾ ਹੈ ਕਿ ਕਦੋਂ ਕਿਹੜੇ ਬੰਦੇ ਨੂੰ ਕਿੱਥੇ ਫਿੱਟ ਕੀਤਾ ਜਾਂਦਾ ਔਰ ਕਦੋਂ ਉਹਨੂੰ ਥੱਲੇ ਲਾ ਦਿੱਤਾ ਜਾਂਦਾ। ਔਰ ਅੱਜ ਤੱਕ ਜਿੰਨੀਆਂ ਵੀ ਜੁਆਇਨਿੰਗ ਹੋਈਆਂ ਉੱਪਰੋਂ ਲੈ ਕੇ ਥੱਲੇ ਤੱਕ, ਉਹ ਸਿੱਧੀਆਂ ਦਿੱਲੀ ਦਰਬਾਰ 'ਚ ਹੁੰਦੀਆਂ ਨੇ, ਇੱਥੇ ਨਹੀਂ ਹੁੰਦੀਆਂ। ਇੱਥੇ ਕਿਸੇ ਨੂੰ ਪੁੱਛਿਆ ਨਹੀਂ ਜਾਂਦਾ। ਇੱਥੇ ਕੋਈ ਪੰਜਾਬ ਦਾ ਚਲੋ ਭੁੱਲਰ ਸਾਹਿਬ ਕੁੱਲ ਮਿਲਾ ਕੇ ਕੁੱਲ ਮਿਲਾ ਕੇ ਤੁਸੀਂ ਇਹ ਕਹਿਣਾ ਚਾਹ ਰਹੇ ਹੋ, ਐਸਪੀ ਖੜਿਆਲ ਵੀ ਆ ਗਏ, ਖੜਿਆਲ ਸਾਹਿਬ ਤੁਹਾਡਾ ਵੀ ਸਵਾਗਤ ਹੈ। ਭੁੱਲਰ ਸਾਹਿਬ ਕੁੱਲ ਮਿਲਾ ਕੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਮਹਿੰਗਾ ਸਸਤਾ ਕੁਝ ਵੀ ਕਹਿੰਦੇ ਰਹਿਣ ਪੁਰੀ ਸਾਹਿਬ, ਗੱਠਜੋੜ ਤਾਂ ਹੋ ਹੀ ਜਾਣਾ, ਹਾਈ ਕਮਾਨ ਨੇ ਕਰਨਾ, ਕਿ ਕਾਹਦੀ ਟੈਨਸ਼ਨ ਹੈ? ਭੁੱਲਰ ਸਾਹਿਬ ਇਹ ਕਹਿਣਾ ਚਾਹ ਰਹੇ ਹੋ? ਕੇਪੀ ਜੀ, ਗੱਠਜੋੜ ਉਦੋਂ ਕੀਤਾ ਸੀ ਜਦੋਂ 2 ਸੀਟਾਂ ਸੀ ਇਹਨਾਂ ਦੇ ਕੋਲ, ਔਰ ਅਸੀਂ ਲੋਕਾਂ ਨੇ ਮਿਹਨਤ ਕਰਕੇ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਮਿਹਨਤ ਕਰਕੇ ਇਹਨਾਂ ਨੂੰ ਸਰਕਾਰਾਂ ਦਵਾਈਆਂ ਨੇ, ਇਸ ਕਰਕੇ ਮਹਿੰਗਾ ਸਾਨੂੰ ਪਿਆ। ਜਿਹੜੀਆਂ ਰੀਜਨਲ ਪਾਰਟੀ ਚਾਹੇ ਉਹ ਸ਼ਿਵ ਸੈਨਾ ਸੀ, ਚਾਹੇ ਸ਼੍ਰੋਮਣੀ ਅਕਾਲੀ ਦਲ ਜਾਂ ਹੋਰ ਸੀਗੀਆਂ, ਜਿਹੜੀਆਂ ਇਹਨਾਂ ਨੇ ਖਤਮ ਕਰਤੀਆਂ, ਮਹਿੰਗਾ ਸਾਨੂੰ ਪਿਆ। ਇਹਨਾਂ ਨੂੰ ਕਾਹਦਾ ਮਹਿੰਗਾ ਪਿਆ? ਤੁਸੀਂ ਐਡਮਿਟ ਕਰਦੇ ਪਏ ਹੋ ਭੁੱਲਰ ਸਾਹਿਬ ਤੁਸੀਂ ਐਡਮਿਟ ਕਰਦੇ ਪਏ ਹੋ ਕਿ ਬੀਜੇਪੀ ਨੇ ਅਕਾਲੀ ਦਲ ਖਤਮ ਕਰਤਾ? ਦੇਖੋ, ਕੱਲਾ ਅਕਾਲੀ ਦਲ ਨਹੀਂ, ਜਿਸ ਤਰੀਕੇ ਨਾਲ ਅਕਾਲੀ ਦਲ ਜਾਂ ਪੰਜਾਬੀ ਮਾਰੂ ਨੀਤੀ ਇਹਨਾਂ ਦੀ ਚੱਲ ਰਹੀ ਹੈ ਵੀ ਖਤਮ ਕਰਨਾ, ਚਾਹੇ ਐਸਜੀਪੀਸੀ ਨੂੰ ਤੋੜਨਾ ਜਾਂ ਅਕਾਲੀ ਦਲ ਨੂੰ ਤੋੜਨਾ, ਢੀਂਡਸੇ ਨੂੰ ਖਿੱਚ ਲੋ, ਬੀਬੀ ਜਗੀਰ ਕੌਰ ਨੂੰ ਖਿੱਚ ਲੋ, ਇਹ ਹੋਰ ਕੀ ਹੈ? ਚਲੋ ਠੀਕ ਹੈ। ਇਸ ਨਾਲ ਸ਼ਿਵ ਸੈਨਾ ਨੂੰ ਖਰਾਬ ਕੀਤਾ ਗਿਆ। ਠੀਕ ਹੈ, ਮੈਂ ਆ ਰਿਹਾ, ਭੁੱਲਰ ਸਾਹਿਬ ਵਾਪਸ ਆ ਰਿਹਾ। ਸਰੀਨ ਸਾਹਿਬ, ਜੋ ਤੁਹਾਨੂੰ ਲੋੜ ਸੀ ਉਹ ਤਾਂ ਤੁਸੀਂ ਨਾਲ ਚਿੰਬੜੇ ਰਹੇ, ਜਦੋਂ ਲੋੜ ਨਹੀਂ ਹੈਗੀ ਤੇ ਤੁਸੀਂ ਕਹਿੰਦੇ ਆ ਵੀ ਅਸੀਂ ਗੱਠਜੋੜ ਕਰਨਾ ਹੀ ਨਹੀਂਗਾ। ਉਹ ਕਹਿੰਦੇ ਤੁਸੀਂ ਤਾਂ ਰੀਜਨਲ ਫੋਰਸਸ ਨੂੰ ਖਤਮ ਕਰਨ 'ਚ ਲੱਗੇ ਆ। ਸਰੀਨ ਸਾਹਿਬ ਦੇਖੋ ਅਸੀਂ ਤਾਂ ਇਹਨਾਂ ਨੂੰ ਛੱਡਿਆ ਨਹੀਂ, ਇਹ ਆਪ ਛੱਡ ਕੇ ਚਲੇ ਗਏ। ਅਸੀਂ ਤਾਂ ਇਹਨਾਂ ਨੂੰ ਪੂਰਾ ਬੰਦਾ ਮਾਨ ਸਤਿਕਾਰ ਦਿੱਤਾ ਸੀਗਾ ਜੀ। ਬੀਬਾ ਜੀ ਕੇਂਦਰ 'ਚ ਮੰਤਰੀ, ਸੌਰਾ ਸਾਹਿਬ ਪੰਜਾਬ ਦੇ ਮੁੱਖ ਮੰਤਰੀ, ਘਰ ਵਾਲਾ ਪੰਜਾਬ ਦਾ ਉਪ ਮੁੱਖ ਮੰਤਰੀ, ਪਰਿਵਾਰ ਦਾ ਜਵਾਈ ਵੀ ਮੰਤਰੀ, ਮੁੱਖ ਮੰਤਰੀ ਸਾਹਿਬ ਦੇ ਉਪ ਮੁੱਖ ਮੰਤਰੀ ਸਾਹਿਬ ਦੇ ਬ੍ਰਦਰ ਇਨ ਲਾਅ ਵੀ ਮੰਤਰੀ। ਅਸੀਂ ਤਾਂ ਕਦੀ ਇਹ ਜਿਹਾ ਨਹੀਂ ਕੀਤਾ। ਅਸੀਂ ਤਾਂ ਹਮੇਸ਼ਾ ਬੰਦਾ ਮਾਨ ਸਤਿਕਾਰ ਇਹਨਾਂ ਨੂੰ ਦਿੱਤਾ। ਇਹਨਾਂ ਨੇ ਸਰਕਾਰ ਛੱਡੀ, ਅਸੀਂ ਨਹੀਂ ਛੱਡੀ। ਨਹੀਂ, ਇੱਕ ਮਿੰਟ ਮੈਨੂੰ ਦੱਸੋ ਸਰੀਨ ਸਾਹਿਬ, ਪ੍ਰਕਾਸ਼ ਸਿੰਘ ਬਾਦਲ ਬੀਜੇਪੀ ਕਰਕੇ ਸੀਐਮ ਬਣੇ? ਬੀਜੇਪੀ ਦੀ ਵੋਟ ਤੋਂ ਬਗੈਰ ਅਕਾਲੀ ਦਲ ਕਿੱਥੇ ਆ ਗਿਆ? 3 ਤੇ ਆ ਗਿਆ। ਉਦੋਂ ਹੀ ਬਣੇ ਜਦੋਂ ਬੀਜੇਪੀ ਨਾਲ ਰਹੀ। ਉਹ ਭੁਲੇਖਾ ਹੈ ਸਰੀਨ ਸਾਹਿਬ। ਭੁੱਲਰ ਸਾਹਿਬ ਇਹਨਾਂ ਦਾ ਕਹਿਣ ਦਾ ਮਤਲਬ ਹੈ ਜਨਸੰਘ ਨੇ ਜੋ ਸਪੋਰਟ ਕੀਤਾ ਸੀਗਾ ਪ੍ਰਕਾਸ਼ ਸਿੰਘ ਬਾਦਲ ਦੀ, ਉਦੋਂ ਸ਼ੁਰੂਆਤ ਸੀਗੀ ਮੁੱਖ ਮੰਤਰੀ ਵਾਲੀ। ਇਹਨਾਂ ਦਾ ਕਹਿਣ ਦਾ ਮਤਲਬ ਹੈ ਭੁੱਲਰ ਸਾਹਿਬ। ਭਾਈ ਸਾਹਿਬ, ਉਸ ਤੋਂ ਬਗੈਰ ਵੀ ਜਦੋਂ ਬੀਐਸਪੀ ਨਾਲ ਸਮਝੌਤਾ ਹੋਇਆ ਸੀ, ਫਿਰ ਜਿਹੜੀ ਇੱਥੇ ਸਵਾਇਆ ਕੀਤਾ ਸੀਗਾ, ਇਹ ਕੋਈ ਜ਼ਰੂਰੀ ਨਹੀਂ ਕਿ ਨਾਲ ਰਹਿ ਕੇ ਅਸੀਂ ਮੁੱਖ ਮੰਤਰੀ ਬਣੇ ਆ। ਤੁਸੀਂ ਪ੍ਰੋਟੈਕਸ਼ਨ ਨੂੰ ਪ੍ਰਮਾਣ ਦੀ ਲੋੜ ਹੀ ਨਹੀਂ। ਨਾਲ ਜਿੰਨਾ ਵੱਡਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਜੁੱਤੀਆਂ ਬਣਾ ਕੇ ਕੰਮ ਕੀਤਾ। ਚਲੋ ਮੈਂ ਬ੍ਰੇਕ ਲੈ ਲਾਂ, ਇੱਕ ਬ੍ਰੇਕ ਲੈ ਲਾਂ, ਬਾਕੀ ਮਾਰਾਂ ਨੂੰ ਆਪਾਂ ਜੋੜ ਲਈਏ। ਇਹ ਮਹਿੰਗੇ ਵਾਲਾ ਬਿਆਨ ਜਿਹੜਾ ਹੈਗਾ ਉਹ ਬੜਾ ਮਹਿੰਗਾ ਪੈਣ ਵਾਲਾ ਹੈ ਕਿ ਨਹੀਂ ਪੈਣ ਵਾਲਾ? ਸਵਾਲ ਇਹੀ ਹੈ। 2024 ਲਈ ਕੋਈ ਨਵਾਂ ਤੀਰ ਹੈ ਜਾਂ ਕੋਈ ਵਾਟਰ ਟੈਸਟ ਨਹੀਂ ਕੀਤਾ ਜਾ ਰਿਹਾ? ਵਾਪਸ ਆ ਰਹੇ।
ਮੁੜ ਤੋਂ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਅਸੀਂ ਇਹ ਪੁੱਛਦੇ ਹਾਂ, ਭਾਜਪਾ ਨੇ ਅਕਾਲੀਆਂ ਨੂੰ ਗੱਠਜੋੜ ਤੇ ਮਹਿੰਗੇ ਵਾਲਾ ਤਾਨਾ ਮਾਰ ਕੇ ਭਵਿੱਖ ਲਈ ਕਿਹੜਾ ਤੀਰ ਛੱਡਿਆ? ਵੇਖਵੇਂ ਪਾਸੀ ਇਹ ਪੁਰੀ ਸਾਹਿਬ ਨੇ ਜਿਹੜਾ ਮਹਿੰਗੇ ਵਾਲਾ ਤਾਨਾ ਮਾਰਿਆ, ਮਹਿੰਗਾ ਪਿਆ ਕਿਹਨੂੰ ਹੈ? ਗੱਠਜੋੜ। देखो सत्ता तो बाहर है तो दोनों ही हिसाब किताब लगा रहे हैं। ਉਹ ਸੋਚਦਾ ਮੇਰਾ ਜ਼ਿਆਦਾ ਨੁਕਸਾਨ ਹੋ ਰਿਹਾ ਸੱਤਾ ਤੋਂ ਬਾਹਰ ਰਹਿਣ ਨਾਲ, ਬੀਜੇਪੀ ਵਾਲੇ ਸੋਚਦੇ ਆ ਸਾਡਾ ਹੋ ਰਿਹਾ। ਪੁਰੀ ਸਾਹਿਬ ਦੀ ਇਹ ਜੋ ਸਟੇਟਮੈਂਟ ਉਹਦੇ ਚ ਕੇਪੀ ਜੀ ਇੱਕ ਗੱਲ ਤੁਸੀਂ ਅਹਿਮ ਚੱਕ ਲਈ ਮਹਿੰਗਾ ਪੈਣ ਵਾਲੀ, ਇੱਕ ਹੋਰ ਵੀ ਗੱਲ ਉਹਨਾਂ ਨੇ ਕਹੀ ਹੈ। ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੀ ਨੀਤੀਆਂ ਪੰਜਾਬ ਵਾਸਤੇ ਚੰਗੀਆਂ ਨਹੀਂ ਸੀ। ਉਹਨਾਂ ਨੇ ਉਹਦੇ ਨਾਲ ਇੱਕ ਲਾਈਨ ਹੋਰ ਵੀ ਐਡ ਕੀਤੀ ਕਿ ਜਦੋਂ ਕਿਸਾਨ ਬਿੱਲ ਆਏ ਸੀ ਤਾਂ ਮੈਂ ਪਾਰਲੀਮੈਂਟ ਦੇ ਵਿੱਚ ਸੀ ਜਦੋਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਸਮਰਥਨ ਕੀਤਾ ਸੀ। ਇਹ ਤਿੰਨ ਚੀਜ਼ਾਂ ਮੈਂ ਦੇਖਦਾ। ਦੂਸਰੀ ਚੀਜ਼, ਇੱਕ ਭੁੱਲਰ ਸਾਹਿਬ ਨੇ ਕਿਹਾ ਕਿ ਪੁਰੀ ਸਾਹਿਬ ਨੂੰ ਕਿਸਨੇ ਪੁੱਛਣਾ ਜਦੋਂ ਕੋਈ ਅਲਾਇੰਸ ਹੋਣਾ। ਮੈਂ ਭੁੱਲਰ ਸਾਹਿਬ ਦੇ ਨਾਲ ਇੱਥੇ ਇਸ ਪੁਆਇੰਟ ਤੇ ਸਹਿਮਤ ਹਾਂ, ਕਿਉਂਕਿ ਜਦੋਂ ਹੁਣ ਕਾਂਗਰਸ ਦੇ ਲੀਡਰਾਂ ਨੂੰ ਬੀਜੇਪੀ 'ਚ ਜੁਆਇਨ ਕਰਾ ਰਹੇ ਸੀ ਤੇ ਪਰਦੇ ਪਿੱਛੇ ਮੂੰਹ ਲੁਕੋ ਲੁਕੋ ਬੀਜੇਪੀ ਦੇ ਲੀਡਰ ਬਹੁਤ ਰੋ ਰਹੇ ਸੀ। ਤੁਸੀਂ ਦੇਖ ਕੇ ਆਏ ਸੀਗੇ? ਅਸ਼ਵਨੀ ਸ਼ਰਮਾ ਤੁਸੀਂ ਦੇਖ ਕੇ ਆਏ ਸੀਗੇ? ਸਰ ਦਰਦ ਬਿਆਨ ਹੋ ਰਿਹਾ ਸੀ, ਕਹਿੰਦੇ ਨਹੀਂ ਕਿ मुंह से बंद कर दो जुबां चाहे लबों को सील दो तुम, आंखों के आंसू दर्द दिल बयां कर ही देते हैं। और ये पोजीशन अश्विनी शर्मा जी ने कई स्टेटमेंट्स भी झलकी सी। सो मैं इत्थे एक चीज़ दसदा। दूजी चीज़ मेरे सरीन साहब कह के गए कि जी असी कोई इतराज़ नहीं किया, सारा टब्बर मंत्री सी। मैं उन्हें छोटा जा थोनू मैं क्योंकि ਆਪਾਂ ਕਹਿੰਦੇ ਨਾ ਹਿਸਟਰੀ ਤੋਂ ਬਹੁਤ ਕੁਝ ਸਿੱਖਣਾ ਚਾਹੀਦਾ। ਮੈਂ ਯਾਦ ਕਰਾਦਾ ਕਿ ਜਦੋਂ ਕੁਇਟ ਇੰਡੀਆ ਮੂਵਮੈਂਟ ਹੋਈ ਸੀ, ਨਹਿਰੂ ਜੀ, ਪਟੇਲ ਜੀ, ਗਾਂਧੀ ਜੀ ਤਿੰਨੋਂ ਅਰੈਸਟ ਵੀ ਹੋ ਗਏ ਸੀ। ਉਦੋਂ ਵੀ ਜਿਹੜਾ ਇਹਨਾਂ ਦੀ ਹਿੰਦੂ ਮਹਾਸਭਾ ਸੀ, ਜਿਸ ਤੋਂ ਇਹ ਸਾਰਾ ਅੱਗੇ ਸਾਵਰਕਰ ਜੀ ਵੀ ਸੀ ਉਸ ਟਾਈਮ, ਸ਼ਿਆਮਾ ਪ੍ਰਸਾਦ ਮੁਖਰਜੀ ਵੀ ਸੀ, ਉਹ ਬੰਗਾਲ ਦੀ ਮੁਸਲਿਮ ਲੀਗ ਦੀ ਸਰਕਾਰ ਦੇ ਵਿੱਚ ਮੰਤਰੀ ਬਣੇ ਸੀ, ਹੱਕ ਸਾਹਿਬ ਦੀ, ਔਰ ਫਾਈਨਾਂਸ ਮਿਨਿਸਟਰੀ ਲਈ ਸੀ। ਔਰ ਜਦ ਕਿ ਉਹਨਾਂ ਨੇ 1 ਸਾਲ ਪਹਿਲਾਂ ਅਲੱਗ ਪਾਕਿਸਤਾਨ ਦੀ ਮੰਗ ਵੀ ਕਰਤੀ ਸੀ। ਇਸੇ ਤਰ੍ਹਾਂ 1996 ਚ ਤੁਹਾਡੇ ਯਾਦ ਹੋਏਗਾ ਮੋਗਾ ਡੈਕਲੇਰੇਸ਼ਨ ਹੋਈ ਸੀ, ਤਾਂ 1997 ਦੇ ਵਿੱਚ ਅਕਾਲੀ ਦਲ ਔਰ ਬੀਜੇਪੀ ਨੇ ਅਲਾਇੰਸ ਕੀਤਾ ਸੀ। ਉਸ ਤੋਂ ਪਹਿਲਾਂ ਇਹ ਆਫਟਰ ਪੋਲ ਅਲਾਇੰਸ ਕਰ ਲੈਂਦੇ ਹੁੰਦੇ ਸੀ। 1997 ਤੋਂ ਫਿਰ ਇਹ ਅਲਾਇੰਸ ਲਗਾਤਾਰ ਹੁਣ ਤੱਕ ਚੱਲਦਾ ਰਿਹਾ, 2022 ਤੋਂ ਪਹਿਲਾਂ ਤੱਕ। ਸੋ ਇਹ ਮੌਕਾ ਪ੍ਰਸਤੀ ਦਾ ਅਲਾਇੰਸ ਕਦੇ ਵੀ ਹੁੰਦਾ ਰਿਹਾ, ਕਦੇ ਵੀ ਇਹ ਆਪਣੇ ਹਿਸਾਬ ਨਾਲ ਕਦੇ ਆਫਟਰ ਪੋਲ ਕਰ ਲੈਂਦੇ ਆ, ਕਦੇ ਪ੍ਰੀ ਪੋਲ ਕਰ ਲੈਂਦੇ ਆ। ਹੁਣ ਵੀ ਜਦੋਂ ਇਹਨਾਂ ਨੂੰ ਲੱਗਣਾ ਹੈ ਕਿ ਇਕੱਠੇ ਹੋ ਕੇ ਇਹਨਾਂ ਨੂੰ ਫਾਇਦਾ ਹੋਣਾ ਹੈ ਤਾਂ ਇਕੱਠੇ ਵੀ ਹੋ ਸਕਦੇ ਆ। ਨਹੀਂ ਪਾਸਾ ਤੁਸੀਂ ਕਹਿ ਰਹੇ 2024 ਤੱਕ ਪੋਜੀਸ਼ਨ ਇਹੋ ਜੀ ਬਣ ਜਾਣੀ ਹੈ, ਨੇੜੇ ਆਉਣਾ ਪੈਣਾ ਇਹਨਾਂ ਨੂੰ, ਇਹ ਕਹਿਣਾ ਚਾਹੁੰਦੇ? ਨਹੀਂ ਮੈਂ ਇਹ ਨਹੀਂ ਮੈਂ ਕਹਿ ਰਿਹਾ। ਪੋਜੀਸ਼ਨ ਪ੍ਰੈਕਟੀਕਲੀ ਕੀ ਬਣੇਗੀ, ਲੋਕ ਇਹਨਾਂ ਨੂੰ ਐਕਸੈਪਟ ਨਹੀਂ ਕਰਨਗੇ, ਪਰ ਇਹਨਾਂ ਦੇ ਦਿਮਾਗਾਂ 'ਚ ਹੋ ਸਕਦਾ ਕਦੇ ਸੋਚ ਆ ਜਾਏ, ਕਿਉਂਕਿ ਇਹ ਅੱਜ ਅਗਰ ਇੰਨਾ ਹੀ ਸੁਹਿਰਦ ਹੋਣ ਨਾ ਤਾਂ ਦੋਨੋਂ ਪਾਰਟੀਆਂ ਡਿਕਲੇਅਰ ਕਰ ਦੇਣ ਕਿ ਅਸੀਂ ਤਾਂ ਕਰਨਾ ਹੀ ਨਹੀਂ ਜੀ ਅਲਾਇੰਸ। ਬਿਲਕੁਲ ਕਲੀਅਰ ਹੈ ਜੀ, ਕਿਉਂਕਿ ਦੋਨੋਂ ਪਾਰਟੀਆਂ ਕਹਿ ਰਹੀਆਂ ਇੱਕ ਦੂਜੇ ਦੀ ਨੀਤੀਆਂ ਨੇ ਪੰਜਾਬ ਦਾ ਨੁਕਸਾਨ ਕੀਤਾ, ਪੰਜਾਬ ਦੇ ਲੋਕਾਂ ਦਾ। ਇਹ ਪੁਰੀ ਸਾਹਿਬ ਦੀ ਵਰਡਿੰਗ ਹੈ ਕਿ ਉਹਨਾਂ ਦੀ ਨੀਤੀਆਂ ਪੰਜਾਬ ਵਾਸਤੇ ਚੰਗੀਆਂ ਨਹੀਂ, ਇਹ ਇਨਵਰਟਡ ਕੋਮਾ 'ਚ ਉਹਨਾਂ ਦੀ ਵਰਡਿੰਗ ਹੈ ਇਹ। ਚਲ ਠੀਕ ਹੈ। ਮਿਸਟਰ ਖਡਿਆਲ, ਤੁਸੀਂ ਪੁਰੀ ਸਾਹਿਬ ਦੇ ਬਿਆਨ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ? ਧੰਨਵਾਦ ਸਵਾਲ ਲਈ ਕੇਪੀ ਜੀ। ਦੇਖੋ ਪੁਰੀ ਸਾਹਿਬ ਦੇ ਬਿਆਨ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਨੂੰ ਬੇਸਿਕਲੀ ਜੇ ਦੇਖਿਆ ਜਾਵੇ ਤੇ ਇਹ ਦੋਵੇਂ ਪਾਰਟੀਆਂ ਬੜੀਆਂ ਸਿਮਿਲਰ ਹੈ। ਐ ਲੱਗਦਾ ਹੈ ਵੀ ਆਈਨੇ ਮੂਹਰੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਖੱਡੀਆਂ ਤੇ ਇੱਕ ਦੂਜੇ ਨੂੰ ਦੇਖ ਰਹੀਆਂ, ਕਿਉਂਕਿ ਸਿਮਿਲੈਰਿਟੀ ਤੁਸੀਂ ਦੇਖੋ, ਦੋਵੇਂ ਪੰਜਾਬ ਦੇ ਵਿੱਚ 2-3 ਸੀਟਾਂ ਤੇ ਹੈ। ਦੋਵੇਂ ਪਾਰਟੀਆਂ ਐਂਟੀ ਪੰਜਾਬ, ਐਂਟੀ ਕਿਸਾਨ ਹੈ। ਇੱਕ ਨੇ ਬੀਜੇਪੀ ਨੇ ਕਾਲੇ ਕ੍ਰਿਸ਼ੀ ਕਾਨੂੰਨ ਬਣਾਏ ਤੇ ਸ਼੍ਰੋਮਣੀ ਅਕਾਲੀ ਦਲ ਨੇ ਹੱਕ ਦੇ ਵਿੱਚ ਵੀਡੀਓਜ਼ ਬਣਾਈਆਂ ਜੋ ਅੱਜ ਵੀ ਤੁਸੀਂ ਦੇਖ ਸਕਦੇ ਹੋ, ਸੁਖਬੀਰ ਬਾਦਲ ਸਾਹਿਬ ਨੇ ਤੇ ਮੈਡਮ ਬਾਦਲ ਨੇ। ਤੀਜੀ ਸਿਮਿਲੈਰਿਟੀ ਇਹ ਹੈ ਕਿ ਨਾ ਸ਼੍ਰੋਮਣੀ ਅਕਾਲੀ ਦਲ ਉਹ ਜੇ ਵਾਅਦੇ ਕਰਦਾ ਜੋ ਇਹ ਡਿਲੀਵਰ ਕਰ ਸਕਦੇ ਹੈ ਤੇ ਨਾ ਹੀ ਭਾਰਤੀ ਜਨਤਾ ਪਾਰਟੀ ਕਰਦੀ ਹੈ, ਦੋਵਾਂ ਦੇ ਵਾਅਦੇ ਅਨਡਿਲੀਵਰਡ ਰਹਿ ਜਾਂਦੇ ਹੈ। ਚੌਥੀ ਸਿਮਿਲੈਰਿਟੀ ਇਹ ਹੈ ਕਿ ਦੋਵਾਂ ਨੂੰ ਲਾਠੀ ਦੇ ਸਹਾਰੇ ਦੀ ਜ਼ਰੂਰਤ ਬਹੁਤ ਹੈ। ਹੁਣ ਸ਼੍ਰੋਮਣੀ ਅਕਾਲੀ ਦਲ ਨੇ ਬੀਜੇਪੀ ਦਾ ਜੇ ਹਟਾ ਕੇ BSP ਕਰਤਾ ਤੇ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਪੰਜਵੀਂ ਸਿਮਿਲੈਰਿਟੀ ਇਹ ਹੈ ਕਿ ਦੋਵੇਂ ਪੰਜਾਬ ਦੇ ਵਿੱਚ ਕਦੇ ਆ ਨਹੀਂ ਸਕਣਗੀਆਂ। ਇਹ ਜਿਹੜੇ ਪਹਿਲਾਂ ਆ ਗਈਆਂ ਅਲਾਇੰਸ ਦੇ ਵਿੱਚ, ਇਹ ਤੋਂ ਬਾਅਦ ਨਹੀਂ ਆ ਸਕਣਗੀਆਂ। ਸ਼੍ਰੋਮਣੀ ਅਕਾਲੀ ਦਲ ਨਹੀਂ ਆਊਗਾ, ਏਲੀਅਨ ਭਾਵੇਂ ਆ ਜਾਣ, ਤੇ ਬੀਜੇਪੀ ਨਹੀਂ ਆਊਗੀ। ਮੋਦੀ ਸਾਹਿਬ ਭਾਵੇਂ ਪ੍ਰੈਸ ਕਾਨਫਰੰਸ ਕਰ ਦੇਣ, ਹਾਲਾਂਕਿ 2014 ਤੋਂ ਲੈ ਕੇ 2023 ਤੱਕ ਇੱਕ ਵੀ ਕੀਤੀ ਨਹੀਂ, ਉਹ ਭਾਵੇਂ ਕਰ ਦੇਣ ਬੀਜੇਪੀ, ਲੇਕਿਨ ਪੰਜਾਬ 'ਚ ਨਹੀਂ ਆਊਗੀ। ਫਿਰ ਕੇਪੀ ਜੀ ਪੁਰੀ ਸਾਹਿਬ ਨੇ ਜਿਹੜੇ ਦੋ ਚੀਜ਼ਾਂ ਕਹੀਆਂ ਮੈਂ ਉਹ ਤੇ ਧਿਆਨ ਲਿਆਉਣਾ ਚਾਹੁੰਦਾ ਹੈ। ਪੁਰੀ ਸਾਹਿਬ ਕਹਿੰਦੇ ਵੀ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਐਕਸਪੈਕਟੇਸ਼ਨਸ ਤੇ ਫੇਲ ਹੋ ਗਿਆ, ਤੇ ਦੂਜੇ ਸਾਹ ਕਹਿੰਦੇ
ਵੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਲੀਡਰਸ ਹੈ ਉਹ ਸਾਨੂੰ ਜੁਆਇਨ ਕਰ ਸਕਦੇ ਆ, ਜਿਹੜੇ ਸ਼੍ਰੋਮਣੀ ਅਕਾਲੀ ਦਲ ਨੂੰ ਕੁਝ ਟਾਈਮ ਪਹਿਲਾਂ ਛੱਡ ਕੇ ਗਏ ਆ ਉਹ ਸਾਨੂੰ ਜੁਆਇਨ ਕਰ ਸਕਦੇ ਆ। ਸੋ ਮੇਰਾ ਸਰੀਰ ਸਾਹਿਬ ਨੂੰ ਸਵਾਲ ਹੈ ਕਿ ਇੱਕ ਪਾਸੇ ਤੁਸੀਂ ਐਲੀਗੇਸ਼ਨ ਲਾ ਰਹੇ ਹੋ ਵੀ ਫੇਲ ਹੋ ਗਏ, ਤੇ ਸ਼੍ਰੋਮਣੀ ਅਕਾਲੀ ਦਲ ਕੀ ਹੈ? ਸ਼੍ਰੋਮਣੀ ਅਕਾਲੀ ਦਲ ਜੋ ਲੀਡਰਸ ਹੈ, ਜੋ ਉਹਨਾਂ ਦੀ ਸੋਚ ਹੈ, ਉਹ ਸ਼੍ਰੋਮਣੀ ਅਕਾਲੀ ਦਲ ਹੈ। ਤੇ ਇੱਕ ਪਾਸੇ ਕਹਿ ਕੇ ਫੇਲ ਹੋ ਗਏ ਤੇ ਦੂਜੇ ਪਾਸੇ ਕਹਿ ਰਹੇ ਵੀ ਸਾਡੀ ਪਾਰਟੀ ਸ਼ਾਮਿਲ ਹੋ ਜਾਓ। ਇਹ ਤੋਂ ਵੱਡੇ ਦੋਹਰੇ ਮਾਪਦੰਡ ਬੀਜੇਪੀ ਦੇ ਕੀ ਹੋ ਸਕਦੇ ਆ? ਤੇ ਹੁਣ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਨੂੰ ਅਹਿਸਾਸ ਹੋ ਗਿਆ ਕਿ ਪੰਜਾਬ ਦੇ ਵਿੱਚ ਸਾਡਾ ਬੰਨਾ ਕੁਛ ਨਹੀਂ, ਸਾਡੀਆਂ ਜ਼ਮਾਨਤਾਂ ਜ਼ਬਤ ਹੋ ਰਹੀਆਂ, ਤਾਂ ਕਰਕੇ ਇਧਰ ਉਧਰ ਦੀ ਗੱਲ ਕਰਕੇ ਨਾ ਮੀਡੀਆ ਪਬਲਿਸਿਟੀ ਬਟੋਰਨ ਦੀ ਕੋਸ਼ਿਸ਼ ਕਰ ਰਹੇ ਆ। ਲੇਕਿਨ ਮੈਂ ਦੱਸਦਾ ਕਿ ਇਹ ਤੋਂ ਬਾਅਦ ਨਾ ਬੀਜੇਪੀ ਆਵੇ ਤੇ ਨਾ ਸ਼੍ਰੋਮਣੀ ਅਕਾਲੀ ਦਲ ਆਵੇ ਪੰਜਾਬ। ਚਲੋ, ਇਹ ਸਰੀਨ ਸਾਹਿਬ ਕਹਿ ਰਹੇ ਮੀਡੀਆ ਪਬਲਿਸਿਟੀ ਬਟੋਰਨ ਦੀ ਕੋਸ਼ਿਸ਼ ਕਰ ਰਹੇ, ਇਹਨਾਂ ਨੇ ਸਾਨੂੰ ਵੀ ਲਪੇਟੇ 'ਚ ਲੈ ਲਿਆ। ਸਰੀਨ ਸਾਹਿਬ, ਸਵਾਲ ਇਹ ਹੈ ਕਿ ਤੁਸੀਂ ਇਹ ਜਿਹੜਾ ਭੁੱਲਰ ਸਾਹਿਬ ਗੱਲ ਕਹਿ ਰਹੇ ਆ ਕਿ ਪੁਰੀ ਸਾਹਿਬ ਨੂੰ ਕਿਸੇ ਨੇ ਪੁੱਛਣਾ ਨਹੀਂ, ਸਰੀਨ ਸਾਹਿਬ ਇਹਦਾ ਕੋਈ ਜਵਾਬ ਦੇ ਸਕਦੇ ਹੋ ਤੁਸੀਂ? ਦੇਖੋ, ਮੇਰੇ ਤੋਂ ਪਹਿਲਾਂ ਮੈਂ ਤਾਂ ਇਹਦੇ ਤੇ ਕੀ ਜਵਾਬ ਦੇਣਾ ਹੈ। ਸਾਡੇ ਪਾਰਟੀ ਦੇ ਸਾਰੇ ਲੀਡਰ ਸਾਡੀ ਪਾਰਟੀ 'ਚ ਹੈ, ਸਾਰਿਆਂ ਨੂੰ ਪੁੱਛਿਆ ਜਾਂਦਾ ਹੈ। ਪਾਰਟੀ ਪ੍ਰੋਟੋਕਾਲ ਹੈ, ਪਾਰਟੀ ਦੀ ਪਾਰਲੀਮੈਂਟਰੀ ਬੋਰਡ ਹੈ। ਇਹ ਪਰਿਵਾਰ ਦੀ ਪਾਰਟੀ ਥੋੜੀ ਨਾ ਕਿ ਕਮਰੇ 'ਚ ਬਹਿ ਕੇ ਇੱਕ ਬੰਦੇ ਨੇ ਡਿਸੀਜਨ ਲੈ ਲਿਆ ਤੇ ਉਹ ਲਾਗੂ ਹੋ ਜਾਣਾ। ਸਾਡੀ ਪਾਰਟੀ ਦੇ ਵਿੱਚ ਭੁੱਲਰ ਸਾਹਿਬ ਸਾਡੀ ਪਾਰਟੀ 'ਚ ਰਹੇ ਹੈ, ਇੱਥੇ ਇੱਕ ਅੱਧਾ ਕੋਈ ਡਿਸੀਜਨ ਹੋ ਸਕਦਾ ਕਿਸੇ ਦੀ ਵੀਟੋ ਦੇ ਨਾਲ, ਪਰ ਇੱਥੇ ਜਿਹੜੇ ਸਮੂਹਿਕ ਨਿਰਣੇ ਹੁੰਦੇ ਆ, ਇੱਥੇ ਵਿਅਕਤੀਗਤ ਨਿਰਣੇ ਕਿਸੇ ਦਾ ਨਹੀਂ ਹੁੰਦਾ। ਔਰ ਜੇ ਅੱਜ ਪੁਰੀ ਸਾਹਿਬ ਬੋਲ ਰਹੇ ਆ ਤੇ ਉਹ ਪਾਰਟੀ ਦੀ ਲਾਈਨ ਤੇ ਬੋਲ ਰਹੇ ਆ। ਉਹ ਨਹੀਂ, ਮੰਨ ਕੇ ਚੱਲੀਏ ਵੀ ਪੁਰੀ ਸਾਹਿਬ ਨੇ ਜੋ ਕਿਹਾ ਉਹ ਜੇਪੀ ਨੱਡਾ ਦਾ ਬਿਆਨ ਵੀ ਉਹੀ ਹੈ, ਅਮਿਤ ਸ਼ਾਹ ਹਰਾਂ ਦਾ ਬਿਆਨ ਵੀ ਉਹੀ ਹੈ ਤੇ ਨਰਿੰਦਰ ਮੋਦੀ ਦਾ ਬਿਆਨ ਵੀ ਉਹੀ ਹੈ, ਇਹ ਮੰਨ ਕੇ ਚੱਲੀਏ? ਮੈਂ ਕਹਿੰਦੀ ਜੋ ਪਾਰਟੀ ਲਾਈਨ ਹੈ ਸਾਡੀ ਉਹਦੇ ਤੇ ਬੋਲੇ ਆ, ਉਹਦੇ ਤੇ ਪਾਰਟੀ ਖੜੀ ਹੈ। ਔਰ ਅਮਿਤ ਸ਼ਾਹ ਜੀ ਨੇ ਵੀ ਆਪਣੀ ਇੱਕ ਇੰਟਰਵਿਊ ਦੇ ਵਿੱਚ ਸਾਫ਼-ਸਾਫ਼ ਕਿਹਾ ਸੀਗਾ ਕਿ ਸਾਡਾ ਕਿਸੇ ਪ੍ਰਕਾਰ ਦਾ ਕੋਈ ਸਮਝੌਤਾ ਕਿਸੇ ਵੀ ਇਸ ਤਰੀਕੇ ਨਾਲ ਨਹੀਂ ਹੋ ਸਕਦਾ, ਪਰ ਜੋ ਪੈਰਾਮੀਟਰ ਰਹੇ ਉਹ ਤਾਂ ਕਦੀ ਵੀ ਨਹੀਂ ਆਣੇ। ਚਲੋ, ਹਾਂ ਮਿਸਟਰ ਭੁੱਲਰ ਕੀ ਕਹਿਣਾ ਚਾਹ ਰਹੇ, ਬੋਲੋ। ਗੱਲ ਇਸ ਤਰ੍ਹਾਂ ਹੈ ਕੇਪੀ ਜੀ, ਇੱਕ ਤੇ ਮੈਂ ਕਾਂਗਰਸ ਦੇ ਮੇਰੇ ਪ੍ਰਵਕਤਾ ਜਿਹੜੇ ਵੱਡੀਆਂ ਗੱਲਾਂ ਕਰ ਰਹੇ ਸੀ, ਇੱਕ ਰੱਡੀ ਰਟਾਈ ਜਿਹੜੀ ਸਟੋਰੀ ਉਹ ਸੁਣਾ ਦਿੰਦੇ ਆ, ਉਹਨਾਂ ਨੂੰ ਇਹ ਯਾਦ ਹੋਣਾ ਚਾਹੀਦਾ ਹੈ ਕਿ ਬਹੁਤ ਸਾਰੀਆਂ ਹਿੰਦੁਸਤਾਨ ਦੀਆਂ ਸਟੇਟਾਂ 'ਚੋਂ ਚੌਥੇ ਪੰਜਵੇਂ ਨੰਬਰ ਤੇ ਨੇ ਸਮਝੌਤਿਆਂ ਦੇ ਵਿੱਚ ਵੀ। ਉਹ ਸਮਝੌਤੇ ਲਈ ਮਿਹਨਤਾਂ ਕਰਦੇ ਨੇ। ਔਰ ਕੱਲ ਮਮਤਾ ਬੈਨਰਜੀ ਨੇ ਜਿਸ ਤਰੀਕੇ ਨਾਲ ਝਾੜਿਆ ਹੈ ਵੀ ਤੁਸੀਂ ਹੁਣ ਇੱਥੇ ਸਮਝੌਤਾ ਛੱਡ ਕੇ ਸਾਡੀ ਸਪੋਰਟ ਕਰੋ ਤੇ ਅਸੀਂ ਅਗਲੀ ਇਲੈਕਸ਼ਨ ਲੜੀਏ, ਜਿਸ ਤਰ੍ਹਾਂ ਅਸੀਂ ਤੁਹਾਡੀ ਸਪੋਰਟ ਕਰਨਾਟਕ 'ਚ ਕੀਤੀ ਹੈ। ਇਸ ਕਰਕੇ ਇਹਨਾਂ ਦੀ ਕੋਈ ਬਾਹਲੀ ਤਵੱਜੋ ਦੇਣ ਵਾਲੀ ਗੱਲ ਨਹੀਂ ਹੈਗੀ। ਬਾਕੀ ਜਿਹੜੀ ਸਲੀਮ ਸਾਹਿਬ ਦੀ ਗੱਲ ਹੈ, ਇਹ ਸਿਰਫ ਇੱਕ ਪ੍ਰੈਸ਼ਰ ਬਿਲਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਤੇ ਕਿ ਸ਼ਾਇਦ ਜ਼ਿਆਦਾ ਸੀਟਾਂ ਨੂੰ ਵਧਾ ਕੇ ਅਸੀਂ ਲੈ ਸਕੀਏ ਤੇ ਇੱਕ ਸਮਝੌਤਾ ਕਰ ਸਕੀਏ। ਕਿਉਂਕਿ ਜਲੰਧਰ ਦੀ ਇਲੈਕਸ਼ਨ ਤੋਂ ਬਾਅਦ ਇਹਨਾਂ ਨੂੰ ਸਮਝ ਲੱਗੀ ਹੈ ਵੀ ਚਾਹੇ ਅਸੀਂ ਕੈਪਟਨ ਨੂੰ ਲੈ ਆਈਏ, ਕੈਪਟਨ ਦੀ ਸਾਰੀ ਟੀਮ ਲੈ ਆਈਏ, ਸਾਰੇ ਕਰਪਟ ਮੰਤਰੀ ਲੈ ਆਈਏ, ਸੱਜਿਓਂ ਖੱਬਿਓਂ ਇਕੱਠੇ ਕਰਕੇ, ਚਾਹੇ ਅਕਾਲੀ ਦਲ ਚੋਂ ਪੱਟ ਕੇ ਲੈ ਆਈਏ, ਖਰੀਦੋ ਫਰੋਖਤ ਕਰ ਲਈਏ, ਪਰ ਸਾਡੀ ਹਾਰ ਨਿਸ਼ਚਿਤ ਹੈ, ਸਾਡੀ ਜ਼ਮਾਨ ਜ਼ਬਤ ਹੋਣੀ ਨਿਸ਼ਚਿਤ ਹੈ, ਅਸੀਂ ਨਹੀਂ ਆ ਸਕਦੇ। ਤੇ ਇਸ ਕਰਕੇ ਹੁਣ ਇੱਕ ਪ੍ਰੈਸ਼ਰ ਬਿਲਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੋਈ ਕਰਨਾਟਕ ਦੀ ਇਲੈਕਸ਼ਨ ਜੋ ਹੋਇਆ ਉਸ ਤੋਂ ਪਹਿਲਾਂ ਹਿਮਾਚਲ ਨਹੀਂ, ਪ੍ਰੈਸ਼ਰ ਕੀ ਬਿਲਟ ਅਪ ਕਰਨਾ ਚਾਹ ਰਹੇ ਆ ਵੀ ਪ੍ਰੈਸ਼ਰ ਕੀ ਬਿਲਟ ਅਪ ਕੋਈ ਵੀ 3 ਤੋਂ 7 ਸੀਟਾਂ ਕਰ ਦੋ ਤੇ 23 ਤੋਂ 58 ਕਰ ਦੋ। ਇੱਕ ਮਿੰਟ ਗੱਲ ਪੂਰੀ ਹੋਣ ਦਿਓ ਜੀ। ਹਾਂ, ਜੋ ਹੁਣ ਇਹਨਾਂ ਨੂੰ ਸਿਚੁਏਸ਼ਨ ਨਜ਼ਰ ਆ ਰਹੀ ਮਹਾਰਾਸ਼ਟਰ 'ਚ, ਜੋ ਇਹਨਾਂ ਨੂੰ ਸਿਚੁਏਸ਼ਨ ਆ ਰਹੀ ਹੈ ਮੱਧ ਪ੍ਰਦੇਸ਼ ਹਾਰਨ ਦੀ, ਉਸ ਵਾਰ ਇਹਨਾਂ ਨੂੰ ਨਜ਼ਰ ਆ ਰਿਹਾ ਹੈ। ਔਰ ਜਿਹੜੇ 350 ਸੀਟਾਂ ਦੀ ਗੱਲ ਕਰਦੇ ਹੁੰਦੇ ਸੀ, ਅੱਜ ਉਹ 300 ਸੀਟਾਂ ਦੀ ਗੱਲ ਕਰਦੇ ਸਟੇਜ ਤੇ ਖੜੇ ਹੋ ਕੇ, ਚਾਹੇ ਅਮਿਤ ਸ਼ਾਹ ਜੀ ਹੋਣ, ਚਾਹੇ ਸਾਡੇ ਪ੍ਰਧਾਨ ਮੰਤਰੀ ਜੀ ਹੋਣ, ਚਾਹੇ ਜੇਪੀ ਨੱਡਾ ਜੀ ਹੋਣ ਪ੍ਰਧਾਨ ਸਾਹਿਬ, ਉਹ 300 ਸੀਟਾਂ ਦੀ ਗੱਲ ਕਰਨ ਲੱਗੇ। ਹੁਣ ਨਜ਼ਰ ਆ ਰਿਹਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ 250-300 ਸੀਟਾਂ ਵੀ ਜਿਹੜੀਆਂ ਮਿਲੀਆਂ ਬੜੀਆਂ ਔਖੀ। ਚਲੋ, ਇੱਕ ਮੈਂ ਛੋਟਾ ਬ੍ਰੇਕ ਲੈ ਕੇ ਵਾਪਸ ਆ ਰਿਹਾ। ਮਿਸਟਰ ਖੜਿਆਲ ਤੁਹਾਡੇ ਕੋਲ ਆ ਰਿਹਾ ਮਿਸਟਰ ਭੁੱਲਰ, ਤੁਸੀਂ ਇਹ ਕਹਿ ਰਹੇ ਹੋ ਕਿ ਮੋਦੀ ਸਾਹਿਬ ਦਾ ਸਿੰਘਾਸਨ ਹਿੱਲਣ ਲੱਗ ਪਿਆ, ਇਸ ਕਰਕੇ ਤੁਹਾਡੇ ਤੇ ਪ੍ਰੈਸ਼ਰ ਬਿਲਡਿੰਗ ਕੀਤੀ ਜਾ ਰਹੀ ਹੈ। ਵਾਪਸ ਆ ਰਹੇ, ਇੱਕ ਛੋਟਾ ਬ੍ਰੇਕ ਲਵਾਂਗੇ। ਮੈਂ ਆ ਰਿਹਾ ਸਰ, ਭੁੱਲਰ ਸਾਹਿਬ ਆ ਰਹੇ ਕਿ ਕਿਸ ਨੂੰ ਮਹਿੰਗਾ ਪਿਆ ਗੱਠਜੋੜ, ਸਵਾਲ ਇਹੀ ਹੈ। ਵਾਪਸ ਆ ਰਹੇ। ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਭਾਜਪਾ ਨੇ ਅਕਾਲੀਆਂ ਨੂੰ ਗੱਠਜੋੜ ਤੇ ਮਹਿੰਗੇ ਵਾਲਾ ਤਾਨਾ ਮਾਰ ਕੇ ਭਵਿੱਖ ਲਈ ਕਿਹੜਾ ਤੀਰ ਛੱਡਿਆ? ਹਾਂ ਭੁੱਲਰ ਸਾਹਿਬ, ਕੀ ਕਹਿਣਾ ਚਾਹ ਰਹੇ ਹੋ, ਬੋਲੋ। ਮੈਂ ਇਹ ਵੀ ਕਹਿ ਰਿਹਾ ਕਿ ਜਦੋਂ ਇਹਨਾਂ ਨੂੰ ਆਪਣਾ ਹੁਣ ਨਜ਼ਰ ਆ ਰਿਹਾ, ਜਦੋਂ ਪਿਛਲੀ ਸਰਕਾਰ ਬਣੀ ਹੈ, ਇਹਨਾਂ ਨੂੰ ਉਮੀਦ ਨਹੀਂ ਸੀ ਵੀ ਇਹ ਇੰਡੀਪੈਂਡੈਂਟਲੀ 330 ਸੀਟਾਂ ਲਿਆ ਕੇ ਉਹ ਸਰਕਾਰ ਬਣਾ ਲੈਣਗੇ। ਲੇਕਿਨ ਜਦੋਂ ਬਣ ਗਈ, ਇਹਨਾਂ ਨੂੰ ਲੱਗਣ ਲੱਗਿਆ ਵੀ ਹੁਣ ਸਾਨੂੰ ਕਿਸੇ ਹੋਰ ਦੀ ਜ਼ਰੂਰਤ ਨਹੀਂ, ਚਾਹੇ ਉਹ ਸ਼ਿਵ ਸੈਨਾ ਹੋਵੇ, ਚਾਹੇ ਅਕਾਲੀ ਦਲ ਹੋਵੇ, ਕੋਈ ਫਰਕ ਨਹੀਂ ਪੈਂਦਾ ਸਾਨੂੰ। ਲੇਕਿਨ ਅੱਜ 330 ਤੋਂ 400 ਕਰਨ ਦੀ ਗੱਲ ਨਹੀਂ ਹੋ ਰਹੀ, ਅੱਜ 330 ਤੋਂ 300 ਦੀ ਗੱਲ ਹੋ ਰਹੀ ਹੈ। ਔਰ ਕਰਨਾਟਕਾ ਦੀ ਹਾਰ ਤੋਂ ਬਾਅਦ, ਹਿਮਾਚਲ ਦੀ ਹਾਰ ਤੋਂ ਬਾਅਦ ਔਰ ਮੱਧ ਪ੍ਰਦੇਸ਼ ਔਰ ਮਹਾਰਾਸ਼ਟਰ ਦੀ ਹਾਰ ਨਜ਼ਰ ਆਉਂਦਿਆਂ ਹੋਇਆ, ਇਹ ਨਜ਼ਰ ਆ ਰਿਹਾ ਇਹਨਾਂ ਨੂੰ ਕਿ ਸਾਨੂੰ ਹੁਣ ਗੱਠਜੋੜ ਦੀ ਲੋੜ ਪੈਣੀ ਹੈ। ਲੇਕਿਨ ਚਲੋ ਭੁੱਲਰ ਸਾਹਿਬ, ਭੁੱਲਰ ਸਾਹਿਬ ਇਹਨਾਂ ਨੂੰ ਤੁਸੀਂ ਭੁੱਲਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਨੂੰ ਗੱਠਜੋੜ ਦੀ ਲੋੜ ਪੈਣੀ ਹੈ, ਤੁਸੀਂ ਕਲੀਅਰ ਕਰ ਦਿਓ ਨਾ, ਗੱਠਜੋੜ ਕਰਨਾ ਕਿ ਨਹੀਂ ਕਰਨਾ, ਬੀਐਸਪੀ ਨੂੰ ਛੱਡਣਾ
ਦੇਖੋ ਅਸੀਂ ਤਾਂ ਕਿਹਾ ਹੀ ਨਹੀਂ ਵੀ ਅਸੀਂ ਕਰਨਾ ਹੈ, ਨਾ ਅਸੀਂ ਕਹਿੰਦੇ ਸਾਨੂੰ ਇਹ ਜ਼ਰੂਰਤ ਹੈ। ਜਿਹੜੀਆਂ ਸਟੇਟਮੈਂਟਾਂ ਆ ਰਹੀਆਂ ਨੇ ਉਹ ਸਟੇਟਮੈਂਟਾਂ ਇਹਨਾਂ ਦੀਆਂ ਆ ਰਹੀਆਂ ਨੇ, ਲੀਡਰਾਂ ਦੀਆਂ ਆ ਰਹੀਆਂ ਨੇ ਵੀ ਅਸੀਂ ਗੱਠਜੋੜ ਨਹੀਂ ਕਰਾਂਗੇ, ਅਸੀਂ ਆਹ ਨਹੀਂ ਕਰਾਂਗੇ, ਸਮਝੌਤਾ ਨਹੀਂ ਕਰਾਂਗੇ। ਕਰ ਕੌਣ ਰਿਹਾ? ਕਿਹਾ ਕਿੰਨੇ ਹੈ? ਚਲੋ ਠੀਕ ਤੰਗ ਕਰ ਰਿਹਾ ਤੁਹਾਡੀਆਂ, ਠੀਕ ਪਿੱਛੇ ਘੁੰਮ ਰਿਹਾ। ਚਲੋ ਹਾਂ ਮੈਂ ਤੁਹਾਨੂੰ ਵੀ ਆ ਜਾਓ ਗੱਠਜੋੜ ਕਰ ਲਓ ਸਾਡੇ ਨਾਲ। ठीक हाँ मिस्टर खड़ियाल सिर्फ प्रेशर बिल्ड ठीक धन्यवाद ठीक है भुल्लर साहब रुक जाओ हुण रुक जाओ माड़ा आप खड़ियाल साहब ਨੂੰ ਸੁਣ ਲਈਏ ਵੀ ਸਾਨੂੰ 23 ਨਹੀਂ ਜੀ ਸਾਨੂੰ 25 30 ਸੀਟਾਂ ਦੇ ਦਿਓ। ਚਲੋ अब ਆਪਾਂ ਸੁਣ ਲਈਏ ਮਿਸਟਰ ਖੜਿਆਲ ਨੂੰ ਸੁਣ ਲਈਏ, 3 ਵਕੀਲ ਬੈਠੇ ਭੁੱਲਰ ਸਾਹਿਬ ਤੁਹਾਡੇ ਨਾਲ ਸੁਣ ਲਈਏ ਆਪਾਂ ਇਹਨਾਂ ਨੂੰ ਵੀ। ਹਾਂ ਬੋਲੋ ਮਿਸਟਰ ਖੜਿਆਲ। ਕੇਪੀ ਜੀ ਪਹਿਲੀ ਗੱਲ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਮੈਂ ਜਵਾਬ ਦੇਣਾ ਚਾਹਣਾ। ਇਹਨਾਂ ਨੇ ਗੱਲ ਕੀਤੀ ਮਮਤਾ ਬੈਨਰਜੀ ਦੀ ਵੀ ਝਾੜਿਆ। ਮੈਨੂੰ ਲੱਗਦਾ ਸ਼੍ਰੋਮਣੀ ਅਕਾਲੀ ਦਲ ਨੇ ਬਿਆਨ ਸ਼ਾਇਦ ਚੰਗੀ ਤਰ੍ਹਾਂ ਪੜਿਆ ਨਹੀਂ। ਉਹਨਾਂ ਨੇ ਇਹ ਗੱਲ ਕਹੀ ਹੈ ਵੀ ਕਰਨਾਟਕਾ ਦੇ ਵਿੱਚ ਮੈਂ ਤੁਹਾਨੂੰ ਅਪੋਜ਼ ਨਹੀਂ ਕੀਤਾ, ਤੁਸੀਂ ਮੈਨੂੰ ਵੈਸਟ ਬੰਗਾਲ ਦੇ ਵਿੱਚ ਅਪੋਜ਼ ਨਾ ਕਰਿਓ। ਤੇ ਇਹ ਗੱਲ ਤਾਂ ਕਹੀ ਹੈ ਕਿਉਂਕਿ ਕਾਂਗਰਸ ਪਾਰਟੀ ਦਮ ਰੱਖਦੀ ਹੈ ਅਪੋਜ਼ ਕਰਨ ਦਾ। ਕਾਂਗਰਸ ਪਾਰਟੀ ਕੋਲੇ ਕਾਡਰ ਹੈ, ਕਾਂਗਰਸ ਪਾਰਟੀ ਨੈਸ਼ਨਲ ਪਾਰਟੀ ਹੈ, ਵਰਕ ਬੇਸ ਹੈ, ਪੈਰਾਫਰਨੀਲੀਆ ਹੈ, ਕ੍ਰੈਡੀਬਿਲਿਟੀ ਹੈ, ਐਕਸਪੀਰੀਅੰਸ ਹੈ। ਅਸੀਂ ਰੀਜਨਲ ਪਾਰਟੀ ਨਹੀਂ ਹੈ। ਦੂਜੀ ਗੱਲ देखो श्रोमणी अकाली दल कोरे नहीं जे रीजनल पार्टी नहीं है तो खड़ियाल साहब एक मिनट सुन तो लो ना खड़ियाल साहब जे तो रीजनल पार्टी नहीं है अकाली दल कह रहा है कि बीजेपी रीजनल फोर्सेस को खत्म करके लगी हुई है, उवें कांग्रेस से भी सवाल आते रहे है। उस स्टेटमेंट से भुल्लर साहब नाल खड़े हो तुसी भी रीजनल फोर्सेस को खत्म कर रही हैं सेंटर पार्टियां। एक सेकंड किने सवाल चक्या है दसो? भुल्लर साहब ने चक्या भी रीजनल फोर्सेस को खत्म कर रही है बीजेपी। कांग्रेस पार्टी का जिक्र कदे आज तक कीता किसी ने? तुसी कांग्रेस पार्टी चलो अकाली दल तो करवा दा ਹੁਣੇ ਕਰਵਾ ਦਾਂ। ਮੈਂ ਕਹਿੰਦਾ ਨਾ ਕਰਾਉਣ ਦੀ ਗੱਲ ਹੈ ਜਾਂ ਕਰਵਾਓ, ਲੇਕਿਨ ਉਹੀ ਐਂਡ ਜਦੋਂ ਇਹ ਗੱਲ ਹੋਈ ਨਹੀਂ ਤੇ ਤੁਸੀਂ ਐਟਰੀਬਿਊਟ ਨਹੀਂ ਕਿਸੇ ਨੂੰ ਕਰ ਸਕਦੇ ਬਿਆਨ, ਕਿਉਂਕਿ ਅੱਜ ਤੱਕ ਕਾਂਗਰਸ ਪਾਰਟੀ ਤੇ ਇਲਜ਼ਾਮ ਨਹੀਂ ਲੱਗਿਆ। ਵੀ ਹੈਵ ਆਲਵੇਜ਼ ਬੀਨ ਵੈਰੀ ਸਪੋਰਟਿਵ ਆਫ ਦ ਰੀਜਨਲ ਪਾਰਟੀਜ਼। ਮੈਂ ਤਾਂ ਕਰਕੇ ਤੁਹਾਨੂੰ ਕਰੈਕਟ ਕੀਤਾ। ਦੂਜੀ ਗੱਲ ਘਮਾਉਣ ਨੂੰ ਜਦੋਂ ਮਰਜ਼ੀ ਘਵਾਓ, ਲੇਕਿਨ ਹੁਣ ਤੱਕ ਕਿਸੇ ਨੇ ਨਹੀਂ ਕਹੀ ਗੱਲ। ਮੈਂ ਇਹ ਕਹਿਣਾ ਚਾਹਣਾ ਦੂਜੀ ਗੱਲ, ਹੁਣ ਸ਼੍ਰੋਮਣੀ ਅਕਾਲੀ ਦਲ ਦੇ 2-3 ਐਮਐਲਏਜ਼ ਹੈ, ਸਾਡੇ 670 ਹੈ ਭੁੱਲਰ ਸਾਹਿਬ, ਤੁਹਾਡੇ 2 ਲੋਕ ਸਭਾ ਐਮਪੀਜ਼ ਹੈ, ਸਾਡੇ 50 ਤੋਂ ਜ਼ਿਆਦਾ ਹੈ। ਤੁਹਾਡੇ ਰਾਜ ਸਭਾ ਐਮਪੀ 0 ਹੈ, ਸਾਡੇ 31 ਤੋਂ ਜ਼ਿਆਦਾ ਹੈ। ਤੁਹਾਡੇ ਐਮਐਲਸੀ 0 ਹੈ, ਸਾਡੇ 300 ਤੋਂ ਜ਼ਿਆਦਾ ਹੈ। ਤੇ ਸ਼੍ਰੋਮਣੀ ਅਕਾਲੀ ਦਲ ਨੇ ਗੱਲ ਕੀਤੀ ਵੀ ਰਟੀ ਰਟਾਈ ਗੱਲ ਕਰਕੇ ਇੱਥੇ ਕਾਂਗਰਸ ਵਾਲੇ ਆ ਜਾਂਦੇ ਹੈ। ਜੇ ਤੁਸੀਂ ਵੀ ਰਟੀ ਰਟਾਈ ਗੱਲ ਕਰ ਲੈਂਦੇ ਤਾਂ 13 ਦੀ ਜਗ੍ਹਾ 14 ਸੀਟਾਂ ਨਾ ਕਹਿੰਦੇ ਵੀ ਲੋਕ ਸਭਾ ਦੀ ਜਿੱਤਾਂਗੇ ਤਾਂ ਪਾਣੀ 'ਚ ਬੱਸ ਚਲਾਵਾਂਗੇ ਇਹ ਨਾ ਕਹਿੰਦੇ, ਤੇ ਉਹਦੇ ਬਾਅਦ ਪਾਣੀ 'ਚ ਬੱਸਾਂ ਡੁੱਬਦੀਆਂ ਨਾ ਜਿਹੜੀਆਂ ਤੁਸੀਂ ਚਲਾਉਂਦੇ। ਚੰਡੀਗੜ੍ਹ ਨਾਲ ਜੋੜਦੇ ਪਏ ਸੀ ਖੜਿਆਲ ਸਾਹਿਬ, ਚੰਡੀਗੜ੍ਹ ਨਾਲ ਜੋੜਦੇ ਪਏ ਸੀ ਉਹ। ਮੈਂ ਕਹਿੰਦਾ ਚੰਡੀਗੜ੍ਹ ਕੀ ਬੈਗੇ ਪਾਣੀ ਕਿਵੇਂ ਉਹ ਚੰਡੀਗੜ੍ਹ ਨਾਲ ਜੋੜਦੇ ਪਏ ਸੀ ਉਹਦੀ 13+1 ਕਹਿੰਦੇ ਹੋ ਨਾ 14 ਕਹਿੰਦੇ ਹੋ, ਚੰਡੀਗੜ੍ਹ ਨਾਲ ਜੋੜਦੇ ਪਏ ਸੀ। ਦੇਖੋ ਗੱਲ ਇਸ ਤਰ੍ਹਾਂ ਹੈ, ਚੰਡੀਗੜ੍ਹ ਦੇ ਵਿੱਚ ਮੈਨੂੰ ਗੱਲ ਦੱਸੋ ਜਦੋਂ ਲੋਕ ਸਭਾ ਇਲੈਕਸ਼ਨ ਹੁੰਦਾ ਹੈ ਤੇ ਪੰਜਾਬ ਦੀਆਂ ਆਪਾਂ 13 ਸੀਟਾਂ ਕਵਾਂਗੇ ਕਿ 14 ਕਵਾਂਗੇ? ਦੱਸੋ 13 ਹੀ ਕਵਾਂਗੇ ਨਾ ਜੀ। ਠੀਕ ਹੈ ਹਾਂ ਮਿਸਟਰ ਦੂਜੀ ਗੱਲ ਇਹ ਹੈ ਰੁਕਦਾ ਜਾਓ ਖੜਿਆਲ ਤੋਂ ਰੁਕ ਜਾਓ ਖੜਿਆਲ ਸਾਹਿਬ ਰੁਕ ਜਾਓ ਜਦੋਂ ਚਾਂਸ ਇਹਨਾਂ ਨੂੰ ਦਿਖਾਏ। ਮੈਨੂੰ ਇੱਕ ਗੱਲ ਦੱਸ ਦੇਣ ਬਸ ਕਿ ਕੀ ਤੁਸੀਂ ਕ੍ਰਿਸ਼ੀ ਕਾਨੂੰਨ ਦੇ ਹੱਕ ਦੇ ਵਿੱਚ ਵੀਡੀਓਜ਼ ਨਹੀਂ ਬਣਾਈਆਂ? ਤੇ ਤੁਸੀਂ ਬੀਜੇਪੀ ਤੋਂ ਵੱਖਰੇ ਨਹੀਂ ਹੋ, ਤੁਸੀਂ ਬੀਜੇਪੀ ਦੇ ਵਰਗੇ ਹੀ ਹੋ। ਜਿੰਨਾ ਮਾੜਾ ਉਹਨਾਂ ਨੂੰ ਕਹਿੰਦੇ ਹੋ ਨੇ ਐਗਜ਼ੈਕਟਲੀ ਆਪ ਹੀ ਹੋ। ਚਲੋ ਮੈਂ ਤੁਹਾਡਾ ਸਵਾਲ ਭੁੱਲਰ ਸਾਹਿਬ ਇੱਕ ਸਵਾਲ ਦਾ ਜਵਾਬ ਦਿਓ। ਖੜਿਆਲ ਸਾਹਿਬ ਨੇ ਫਿਰ ਕਹਿਣਾ ਮੇਰਾ ਸਵਾਲ ਨਹੀਂ ਪੁੱਛਿਆ। ਉਹ ਇਹ ਕਹਿਣਾ ਚਾਹ ਰਹੇ ਤੁਹਾਡਾ ਡੀਐਨਏ ਸੇਮ ਹੈ ਅਕਾਲੀ ਬੀਜੇਪੀ ਦਾ। ਗੱਲ ਇਸ ਤਰ੍ਹਾਂ ਹੈ, ਅੱਜ ਦੀ ਤਰੀਕ 'ਚ ਬੀਜੇਪੀ ਔਰ ਕਾਂਗਰਸ ਦਾ ਡੀਐਨਏ ਸੇਮ ਹੈ। 3 ਵਾਰੀ ਜਿਨ੍ਹਾਂ ਨੇ ਸਰਕਾਰਾਂ ਤੋੜੀਆਂ ਹੁਣ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ, ਚਾਹੇ ਸਰਦਾਰ ਬਰਨਾਲਾ ਦੀ ਹੋਵੇ, ਚਾਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀਆਂ ਹੋਈਆਂ ਹੋਣ ਜਾਂ ਹੋਰ ਹੋਣ, ਇਹਨਾਂ ਨੇ ਸਰਕਾਰਾਂ ਤੋੜੀਆਂ ਨਹੀਂ। ਇਹਨਾਂ ਨੇ ਕੀ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਖਤਮ ਕਰਨ ਵਾਸਤੇ ਜਿਹੜਾ 84 ਵਾਲਾ ਦੌਰ ਚਲਾਇਆ ਸੀਗਾ, ਚਲਾਇਆ ਨਹੀਂ? ਕੀ ਇਹਨਾਂ ਨੇ ਪੰਜਾਬ ਨੂੰ ਮਾਰਿਆ ਨਹੀਂ? ਕੀ ਇਹਨਾਂ ਨੇ ਹਰਿਮੰਦਰ ਸਾਹਿਬ ਟੈਂਕ ਚੜਾਏ ਨਹੀਂ? ਕੀ ਇਹਨਾਂ ਨੇ ਦਿੱਲੀ ਔਰ ਹੋਰ ਸਟੇਟਾਂ ਦੇ ਵਿੱਚ ਸਿੱਖਾਂ ਦੇ ਗਲਾਂ ਟਾਇਰ ਪਾ ਕੇ ਤੇਲ ਪਾ ਕੇ ਸਾੜੇ ਨਹੀਂ? ਇਹ ਗੱਲਾਂ ਕਰਦੇ ਤੁਸੀਂ। ਚਲ ਇਹ ਕਿੱਥੇ ਧੋਤੇ ਨੇ? ਠੀਕ ਹੈ ਭੁੱਲਰ ਸਾਹਿਬ ਹੁਣ ਰੁਕ ਜਾਓ, ਭੁੱਲਰ ਸਾਹਿਬ ਰੁਕ ਜਾਓ। ਤੁਸੀਂ ਜਵਾਬ ਦਿੱਤਾ ਹੁਣ ਰੁਕ ਜਾਓ ਇੱਕ ਮਿੰਟ। ਮਿਸਟਰ ਪਾਸੀ ਨੂੰ ਪੁੱਛ ਲੈਣ ਦਿਓ। ਠੀਕ ਹੈ ਮਿਸਟਰ ਪਾਸੀ ਕੋਈ ਨਾਮ ਹੀ ਲੈਂਦਾ। ਚਲੋ ਮੈਂ ਮਿਸਟਰ ਪਾਸੀ ਨੂੰ ਪੁੱਛ ਲੈਂਦਾ। ਇੱਕ ਮਿੰਟ ਖੜਿਆਲ ਸਾਹਿਬ ਇੱਕ ਮਿੰਟ, ਖੜਿਆਲ ਸਾਹਿਬ ਇੱਕ ਮਿੰਟ, ਖੜਿਆਲ ਸਾਹਿਬ ਇੱਕ ਮਿੰਟ, ਖੜਿਆਲ ਸਾਹਿਬ ਇੱਕ ਮਿੰਟ ਪਲੀਜ਼, ਖੜਿਆਲ ਸਾਹਿਬ ਇੱਕ ਮਿੰਟ ਇੱਕ ਮਿੰਟ ਪਲੀਜ਼, ਇੱਕ ਮਿੰਟ ਖੜਿਆਲ ਸਾਹਿਬ ਇੱਕ ਮਿੰਟ ਪਲੀਜ਼, ਇੱਕ ਮਿੰਟ ਖੜਿਆਲ ਸਾਹਿਬ ਇੱਕ ਮਿੰਟ ਰੁਕ ਜਾਓ। ਇੱਕ ਮਿੰਟ ਭੁੱਲਰ ਸਾਹਿਬ ਪਲੀਜ਼, ਭੁੱਲਰ ਸਾਹਿਬ ਰੁਕ ਜਾਓ, ਭੁੱਲਰ ਸਾਹਿਬ ਰੁਕ ਜਾਓ। ਬੇਅਦਬੀਆਂ ਹੋ ਗਈਆਂ। ਚਲੋ ਰੁਕ ਜਾਓ ਇੱਕ ਮਿੰਟ, ਰੁਕ ਜਾਓ ਖੜਿਆਲ ਸਾਹਿਬ ਰੁਕ ਜਾਓ ਪਲੀਜ਼, ਖੜਿਆਲ ਸਾਹਿਬ ਰੁਕ ਜਾਓ ਪਲੀਜ਼, ਭੁੱਲਰ ਸਾਹਿਬ ਰੁਕ ਜਾਓ ਇੱਕ ਮਿੰਟ। ਖੜਿਆਲ ਸਾਹਿਬ ਭੁੱਲਰ ਸਾਹਿਬ ਆਪਾਂ ਥੋੜੀ ਸ਼ਾਂਤੀ ਰੱਖੀਏ ਥੋੜੀ ਜਿਹੀ, ਆਪਾਂ ਸ਼ਾਂਤੀ ਰੱਖੋ ਪਲੀਜ਼, ਸ਼ਾਂਤੀ ਰੱਖੋ। ਇੱਕ ਮਿੰਟ ਖੜਿਆਲ ਸਾਹਿਬ ਆਪਾਂ ਕੀ ਕਰ ਰਹੇ ਹਾਂ? ਖੜਿਆਲ ਸਾਹਿਬ ਕੀ ਕਰ ਰਹੇ ਆਪਾਂ? ਭੁੱਲਰ ਸਾਹਿਬ ਇੱਕ ਮਿੰਟ ਸਰ ਸ਼ਾਂਤੀ ਰੱਖੋ। ਭੁੱਲਰ ਸਾਹਿਬ ਇੱਕ ਮਿੰਟ, ਏਦਾਂ ਡਿਬੇਟ ਨਹੀਂ ਤੁਰਨੀ ਸਰ, ਏਦਾਂ ਡਿਬੇਟ ਨਹੀਂ ਤੁਰਨੀ ਜਿੱਦਾਂ ਤੁਸੀਂ ਕਰਦੇ ਪਏ, ਏਦਾਂ ਡਿਬੇਟ ਨਹੀਂ ਚੱਲਣੀ ਸਰ। ਖੜਿਆਲ ਸਾਹਿਬ ਇੱਕ ਮਿੰਟ ਰੁਕ ਜਾਓ ਸਰ। ਨਹੀਂ ਸਰ ਇੱਕ ਮਿੰਟ ਰੁਕ ਜਾਓ ਪਲੀਜ਼। ਪਾਸੀ ਸਾਹਿਬ ਤੁਸੀਂ ਵਾਰ-ਵਾਰ ਹਿਸਟਰੀ ਦਾ ਜ਼ਿਕਰ ਕਰਦੇ ਹੋ ਕਿ ਹਿਸਟਰੀ ਆ ਕਹਿੰਦੀ ਆ, ਹਿਸਟਰੀ ਤੋਂ ਸਿੱਖਣਾ ਚਾਹੀਦਾ। ਮੇਰਾ ਸਵਾਲ ਹੋਰ ਹੈ, ਇਹ ਕਹਿੰਦੇ ਗੱਠਜੋੜ ਮਹਿੰਗਾ ਪਿਆ ਸਾਨੂੰ,
ਅਕਾਲੀ ਦਲ ਵੀ ਕਹਿੰਦਾ ਹੋਊਗਾ ਵੀ ਸਾਨੂੰ ਮਹਿੰਗਾ ਪਿਆ। ਮੈਂ ਤਾਂ ਇਹ ਕਹਿ ਰਿਹਾ ਪੰਜਾਬ ਨੂੰ ਮਹਿੰਗਾ ਪਿਆ, ਗੱਠਜੋੜ ਕੇ ਨਹੀਂ ਪਿਆ। ਬਹੁਤ ਮਹਿੰਗਾ ਪਿਆ ਸਰ। ਤੁਸੀਂ ਇੱਕ ਚੀਜ਼ ਦੇਖੋ ਕਿ ਦੋਨੋਂ ਪਾਰਟੀਆਂ ਦਾ ਤੁਸੀਂ ਵਰਡਿੰਗ ਸੁਣੋ। मैं इसकी शुरुआत इतना करूंगा कि कभी जो साथ मिलकर बाग वहां बर्बाद करते थे वही अब एक दूसरे के राज खोले हैं। अब खुद देखो सरीन साहब दस के गए पंजाब नूं किन्ना महंगा पिया कि जी इक्को परिवार च चीफ मिनिस्टर, इक्को परिवार च डिप्टी CM, इक्को परिवार च फाइनांस मिनिस्टर, इक्को परिवार च कोऑपरेटिव मिनिस्टर। ये सरीन साहब दस के गए हैं। उन्होंने भी दसिया कि तुसी पंजाब के खिलाफ क्या कुछ करते रहे हो, पर रहे कट्ठे। तीसरी चीज एक चीज देखो कि एक पहली तो है नहीं कि 2000 ਜਿਹੜੀ 12 ਤੋਂ 17 ਦੀ ਸਰਕਾਰ ਚ ਚੀਫ ਮਿਨਿਸਟਰ ਸਾਹਿਬ ਜਾਂ ਇੱਕ ਪਰਿਵਾਰ ਦੇ ਜ਼ਿਆਦਾ MP ਰਹੇ, ਉਹ ਤਾਂ 2007 ਤੋਂ 12 ਚ ਵੀ ਰਹੇ ਸੀ। ਉਹ ਤਾਂ ਉਸ ਤੋਂ ਪਹਿਲਾਂ 97 ਤੋਂ 2000 ਪਾਸੀ ਸਾਹਿਬ ਬੀਜੇਪੀ ਨੂੰ ਅੱਜ ਪਰਿਵਾਰਵਾਦ ਚੇਤੇ ਆ ਗਿਆ, ਤੁਹਾਨੂੰ ਵੀ ਚੇਤੇ ਆਈ ਜਾਂਦਾ ਬਹੁਤ। ਤੁਸੀਂ ਵੀ ਕਾਂਗਰਸ ਨਾਲ ਗਏ ਸੀ, ਕਾਂਗਰਸ ਤੁਸੀਂ ਪਰਿਵਾਰਵਾਦ ਦੀ ਪਾਰਟੀ ਕਹਿੰਦੇ ਹੋ, ਤੁਸੀਂ ਸਾਰੇ ਇੱਕੋ ਜਿਹੇ ਹੋ ਪਾਸੀ ਸਾਹਿਬ। नहीं उस टाइम देखो, उस टाइम 49 दिनों की जिहड़ी साडी सरकार सी कांग्रेस नाल अलायंस होया सी, पर जदों लग्या कि नहीं असीं जिहड़ा इन्हां दी नीतियां मुताबिक नहीं चल सकदे, सानू साडी सोच लग गया, तो 49 दिनों दे विच ही उस तो बाद तक कदे गठजोड़ नहीं होया। तीसरी चीज़ एक होर मैं दसदा कि अज भी तुसीं एक चीज़ नोट करो, भुल्लर साहब ने एक गल कही है कि पूरी साहब नूं किसने पुछना जदों गठजोड़ होना है। सरीन साहब भी क्लीयर नहीं कह पा रहे, वो एक गल कह रहे हैं कि जी ये साडी पार्टी दा जो नीति है उही पूरी साहब कह रहे हैं। पर कुछ दिन पहला ही जदों अमित शाह जी आए सी, नड्डा साहब जी आए सी, उन्हां दी वर्डिंग्स क्या सी, ये क्या दर्शा रहा है? जलंधर की फ्रस्ट्रेशन इन्हां दोनों पार्टियां नूं दर्शा रही है, क्योंकि अकाली दल नूं भी समझ आ गई कि अगर बसपा नाल ना हुंदी ਤਾਂ ਇਹਨਾਂ ਨੇ ਹੋ ਸਕਦਾ ਬੀਜੇਪੀ ਤੋਂ ਪਿੱਛੇ ਚਲੇ ਜਾਂਦੇ। ਬੀਜੇਪੀ ਨੂੰ ਵੀ ਸਮਝ ਆ ਗਈ ਕਿ ਸ਼ਹਿਰੀ ਸੀਟ ਹੁੰਦੇ ਹੋਏ ਵੀ ਇਹਨਾਂ ਦੀ ਕੀ ਹਾਲਤ ਹੋਈ ਹੈ। ਸੋ ਅੱਜ ਨਾ ਇਹ ਦੋਵੇਂ ਉਸ ਪੋਜੀਸ਼ਨ 'ਚ ਫਸੇ ਹੋਏ ਆ ਕਿ ਨਾ ਜਿਹਨੂੰ ਕਹਿੰਦੇ ਆ ਉਗਲੇ ਬਣੇ ਨਾ ਨਿਗਲੇ ਬਣੇ, ਔਰ ਇਸੇ ਦੇ ਵਿੱਚ ਇਹ ਦੋਨੋਂ ਇੱਕ ਦੂਜੇ ਨੂੰ ਦੱਸ ਰਹੇ ਆ ਕਿ ਤੁਸੀਂ ਇੱਕ ਦੂਜੇ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ। ਚਲੋ ਜਲੰਧਰੀਆਂ ਨੇ ਭੁਲੇਖੇ ਕੱਢਤੇ ਬਹੁਤ ਸਾਰੇ। ਇੱਕ ਛੋਟਾ ਜਿਹਾ ਬ੍ਰੇਕ ਲਵਾਂਗਾ, ਬ੍ਰੇਕ ਤੋਂ ਵਾਪਸ ਆ ਰਿਹਾ ਭੁੱਲਰ ਸਾਹਿਬ ਆ ਰਿਹਾ। ਕਿਸ ਨੂੰ ਮਹਿੰਗਾ ਪਿਆ ਗੱਠਜੋੜ, ਸਵਾਲ ਇਹੀ ਹੈ, ਵਾਪਸ ਆ ਰਹੇ। ਮੁੜ ਤੋਂ ਤੁਹਾਡਾ ਸਵਾਗਤ ਕਰਦੇ ਹਾਂ। ਤੇ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ, ਭਾਜਪਾ ਨੇ ਅਕਾਲੀਆਂ ਨੂੰ ਗੱਠਜੋੜ ਤੇ ਮਹਿੰਗੇ ਲਾਤਾਨਾ ਮਾਰ ਕੇ ਭਵਿੱਖ ਲਈ ਕਿਹੜਾ ਤੀਰ ਛੱਡਿਆ? ਸਰੀਨ ਸਾਹਿਬ, ਭੁੱਲਰ ਸਾਹਿਬ ਨੇ ਇੱਕ ਕਿਹਾ ਜਿਹੜਾ ਤੁਸੀਂ ਤੀਰ ਮਾਰਦੇ ਪਏ ਆ ਰਿਹਾ ਭੁੱਲਰ ਸਾਹਿਬ, ਉਹਦਾ ਤੁਹਾਡਾ ਮਤਲਬ ਇਹ ਹੈ ਕਿ ਤਾਂ ਪ੍ਰੈਸ਼ਰ ਬਿਲਟ ਅਪ ਕਰਨਾ ਚਾਹੁੰਦੇ ਤੁਸੀਂ ਅਕਾਲੀਆਂ ਤੇ, ਇੱਕ ਤੁਹਾਨੂੰ ਡਰ ਲੱਗਣ ਲੱਗ ਪਿਆ, ਕਰਨਾਟਕ ਨੇ ਡਰਾਤਾ, ਦੂਜਾ ਜਲੰਧਰ ਨੇ ਡਰਾਤਾ, ਕਿਤੇ ਕਿਸੇ ਵੇਲੇ ਜਨਸੰਘ ਦਾ ਆਧਾਰ ਹੁੰਦਾ ਸੀ ਇੱਥੇ ਬਹੁਤ ਸਾਰਾ। ਸਰੀਨ ਸਾਹਿਬ ਹੁਣ ਤੁਸੀਂ ਡਰੇ ਬੈਠੇ ਆ, ਤੁਹਾਨੂੰ ਕੈਲਕੂਲੇਸ਼ਨ ਲਾ ਰਹੇ ਹੋ ਤੁਸੀਂ 2024 ਚ ਕਰਨਾ ਕੀ ਹੈ, ਕਹਿੰਦੇ ਨਾਲ ਕਿੱਥੇ ਜਾਣਾ ਹੈ। 13 ਦਾ ਮਤਲਬ ਨਹੀਂ ਰਹਿ ਗਿਆ ਹੁਣ ਤੁਸੀਂ ਪ੍ਰੈਸ਼ਰ ਬਿਲਟ ਅਪ ਕਰਦੇ ਹੋ ਕਿ 5 ਸੀਟਾਂ ਮਿਲ ਜਾਣ ਇੱਥੇ। ਹਾਂ ਬੋਲੋ। ਕੇਪੀ ਜੀ ਸਾਨੂੰ ਤਾਂ ਡਰਨ ਦੀ ਲੋੜ ਹੀ ਨਹੀਂ। 9 ਚੋਂ 1 ਵੀ ਨਹੀਂ ਜਿੱਤੇ ਵਿਧਾਨ ਸਭਾ ਹਲਕਾ, 9 ਚੋਂ 2 ਜਿੱਤੇ ਹੈ। ਇਦਾਂ ਦਾ ਕੋਈ ਇਸ਼ੂ ਨਹੀਂ ਹੈ। ਭਾਰਤੀ ਜਨਤਾ ਪਾਰਟੀ ਨੂੰ ਕੋਈ ਫਰਕ ਨਹੀਂ ਹੈ। ਪਰ ਦੇਖੋ ਪੰਜਾਬ, ਮੈਂ ਜਿੱਦਾਂ ਤੁਹਾਨੂੰ ਕਿਹਾ, ਜਿਹੜਾ ਸਾਡਾ 97 ਤੋਂ ਲੈ ਕੇ ਇਹਨਾਂ ਤੱਕ 20 ਤੱਕ ਜਿਹੜਾ ਸਮਝੌਤਾ ਚੱਲਿਆ ਹੈ, ਉਹ ਰਾਜਨੀਤਿਕ ਸਮਝੌਤਾ ਨਹੀਂ ਸੀ, ਉਹ ਪੰਜਾਬ ਦੇ ਅਮਨ ਸ਼ਾਂਤੀ ਭਾਈਚਾਰੇ ਨੂੰ ਬਰਕਰਾਰ ਰੱਖਣ ਦਾ ਜਿਹੜਾ ਸਮਝੌਤਾ ਸੀ। ਔਰ ਅਸੀਂ ਕਦੀ ਆਪਣੇ ਹੱਕਾਂ ਨੂੰ, ਆਪਣੇ ਅਧਿਕਾਰਾਂ ਨੂੰ ਵਾਂਝੇ ਰੱਖ ਕੇ, ਪੰਜਾਬ ਹਿੱਤ ਨੂੰ ਮੁੱਖ ਰੱਖ ਕੇ ਇਹਨਾਂ ਦੀਆਂ ਜਿਹੜੀਆਂ ਨਹੀਂ ਵੀ ਗੱਲਾਂ ਸਹਿਣ ਵਾਲੀਆਂ ਸੀ ਉਹ ਸਹੀਆਂ ਕੀਤੀਆਂ, ਕਿਉਂਕਿ ਆਪਣੇ ਕਾਰਜਕਰਤਾ ਦਾ ਅਧਿਕਾਰ ਸੀਗਾ। ਬਾਕੀ ਜਿੱਥੋਂ ਤੱਕ ਗੱਲ ਹੈ ਜਲੰਧਰ ਦੇ ਨਤੀਜਿਆਂ ਦਾ, ਜਲੰਧਰ ਨੇ ਨਤੀਜੇ, ਜਲੰਧਰ ਚੋਂ ਜੇ ਸਾਨੂੰ ਇਹ ਤਾਂ ਇੱਕ ਵੀ ਵਿਧਾਨ ਸਭਾ ਹਲਕਾ ਨਹੀਂ ਜਿੱਤੇ, ਅਸੀਂ 2 ਜਿੱਤੇ ਹਰ ਵਿਧਾਨ ਸਭਾ ਹਲਕੇ। ਸਗੋਂ ਪਹਿਲਾਂ ਸਾਨੂੰ ਜਿੱਥੇ 3000 ਵੋਟ ਪਈ ਸੀ ਨਕੋਦਰ ਵਰਗੇ ਸ਼ਹਿਰ 'ਚ, ਸਾਨੂੰ 10000 ਤੋਂ ਅੱਗੇ ਚਲੇ ਗਏ ਅਸੀਂ ਜੀ, ਜਿੱਥੇ ਸਾਨੂੰ ਡਬਲ ਹੋਈ ਗ੍ਰਾਮੀਣ ਇਲਾਕਿਆਂ 'ਚ ਵੀ। ਹਾਂਜੀ ਠੀਕ ਹੈ, ਅਕਾਲੀ ਦਲ ਨਾਲ ਸਾਡਾ ਬਹੁਤ ਲੰਬਾ ਸਾਥ ਰਿਹਾ, ਉਹਨਾਂ ਕਰਕੇ ਅਸੀਂ ਕਦੀ ਪਿੰਡਾਂ ਦੇ ਵਿੱਚ ਪਾਰਟੀ ਦੇ ਸੰਗਠਨ ਨੂੰ, ਪਾਰਟੀ ਨੂੰ ਦਾ ਵਿਸਤਾਰ ਨਹੀਂ ਕੀਤਾ ਸੀ, ਜਿਸ ਦਾ ਸਾਨੂੰ ਨੁਕਸਾਨ ਜਿਹੜਾ ਝੇਲਣਾ ਪੈ ਰਿਹਾ। ਪਰ ਅੱਜ ਅਸੀਂ ਵੱਧ ਰਹੇ ਹਾਂ ਪਿੰਡਾਂ ਦੇ ਵਿੱਚ, ਤੇ ਜਿਸ ਨੂੰ ਜਿਹੜੇ ਆ ਸਾਡੇ ਵਿਰੋਧੀ ਉਹ ਸਹਿਣ ਨਹੀਂ ਕਰ ਪਾ ਰਹੇ, ਇੰਨਾ ਫਰਕ ਹੈ। ਚਲੋ ਹਾਂ ਮਿਸਟਰ ਪਾਸੀ, क्वेश्चन मैं एक क्वेश्चन लेना चाह रहा सरीन साहब तो कि सरीन साहब क्या यह फाइनल है कि आने वाले भविख विच तुसी अकाली दल नाल समझौता नहीं करोगे? ਇਹ क्वेश्चन ਪੁੱਛ ਰਹੇ ਹੋ ਜਾਂ ਸਵਾਲ ਲੈ ਰਹੇ ਹੋ ਪਾਸੀ ਸਾਹਿਬ? ਇੱਕ ਮਿੰਟ ਮਿਸਟਰ ਸਰੀਨ ਇੱਕ ਮਿੰਟ ਰੋਜੋ ਸ਼ਾਂਤੀ ਰੱਖਿਆ ਕਰੋ, ਕੋਈ ਨਹੀਂ ਮੈਂ ਆ ਜਾਊਂਗਾ। ਪਾਸੀ ਸਾਹਿਬ ਕੁਐਸਚਨ ਪੁੱਛ ਰਹੇ ਹੋ, ਸਵਾਲ ਲੈ ਰਹੇ ਹੋ? नहीं क्वेश्चन पूछ रहे हैं क्योंकि सर पॉलिटिक्स ਵਿੱਚ ਨਾ ਕੋਈ ਪੱਕੀ ਨਾ ਹੁੰਦੀ ਹੈ, ਨਾ ਪੱਕੀ ਹਾਂ ਹੁੰਦੀ ਹੈ ਪਾਸੀ ਸਾਹਿਬ। ਸਰ ਆਨਸਰ ਸਾਨੂੰ ਆਤਾ ਲੈਣ ਦਿੰਦੇ ਸਰ, ਨਾ ਇਹੋ ਜਿਹੇ ਸਵਾਲ ਕਰਿਆ ਕਰੋ। ਮੈਂ ਤਾਂ ਕੀਤਾ ਨਹੀਂਗਾ, ਤੁਸੀਂ ਪੁੱਛੀ ਜਾਂਦੇ ਹੋ।
ਹਾਂ ਸਰੀਨ ਸਾਹਿਬ ਬੋਲੋ। ਤੁਹਾਡੇ ਚੈਨਲ ਤੇ ਕਹਿ ਰਿਹਾ, ਤੁਹਾਡੇ ਚੈਨਲ ਤੇ ਇੱਕ ਗੱਲ ਪੱਕੀ ਕਹਿ ਰਿਹਾ, ਮੈਂ ਕਿਸੇ ਬੱਚੇ ਦੀ ਸਹੁੰ ਨਹੀਂ ਖਾ ਰਿਹਾ ਕਿ ਮੈਂ ਕਾਂਗਰਸ ਦਾ ਸਾਥ ਨਹੀਂ ਲਊਂਗਾ, ਮੈਂ ਕਿਸੇ ਦੀ ਸਹੁੰ ਨਹੀਂ ਖਾ ਰਿਹਾ ਕਿ ਅਸੀਂ ਰਾਜਨੀਤੀ 'ਚ ਨਹੀਂ ਜਾਵਾਂਗੇ। ਅਸੀਂ ਜਿਹੜੀ ਗੱਲ ਹੈ ਉਹ ਅੱਜ ਦੇ ਹਾਲਾਤਾਂ ਦੇ ਵਿੱਚ ਬਿਲਕੁਲ ਸਪਸ਼ਟ ਕਹਿ ਰਹੇ ਹਾਂ, ਭਾਰਤੀ ਜਨਤਾ ਪਾਰਟੀ ਆਪਣੇ ਤੌਰ ਤੇ ਵਧ ਰਹੀ ਹੈ। ਚਲੋ ਸਰੀਨ ਸਾਹਿਬ ਥੋੜਾ ਜਿਹਾ ਮੈਨੂੰ ਕਰੈਕਟ ਕਰ ਦਿਓ। ਸਰੀਨ ਸਾਹਿਬ ਥੋੜਾ ਜਿਹਾ ਕਰੈਕਟ ਕਰ ਦਿਓ, ਮੇਰਾ ਦਰਸ਼ਕ ਵੀ ਸਮਝ ਜਾਊਗਾ, ਉਹ ਬੜੀ ਦੇਰ ਦੇ ਵੇਟ ਕਰ ਰਹੇ, ਤੁਸੀਂ ਕੁਛ ਤਾਂ ਬੋਲੋ। 2023 ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਨਹੀਂ ਹੋਊਗਾ, ਇਹ ਸਾਫ਼ ਹੈ। ਉਹ ਅੱਜ ਦੀ ਸਥਿਤੀ 23 ਦੇ ਵਿੱਚ 23 ਚ ਦੇ ਰਹੇ ਆ। ਅੱਜ ਤਰੀਕ ਹੈ 15 ਮਈ 2023 ਚ ਕਹਿ ਰਹੇ ਆ ਨਹੀਂ 2024 ਚ ਹੋ ਸਕਦਾ, 2023 ਚ ਨਹੀਂ ਹੋਊਗਾ। 24 ਜਦੋਂ ਚੜੇਗਾ 24 ਚ ਦੇਖਾਂਗੇ। ਚਲੋ ਆ ਲਓ, ਪਾਸੀ ਸਾਹਿਬ ਮਿਲ ਗਿਆ ਜਵਾਬ। ਐ ਪੁੱਛੀ ਦਾ ਜਵਾਬ ਐ ਲਈਦਾ। ਪਾਸੀ ਸਾਹਿਬ ਤੁਹਾਨੂੰ ਜਵਾਬ ਹੀ ਲੈਣਾ ਹੁੰਦਾ ਪਾਸੀ ਸਾਹਿਬ। ਹਾਂ ਮਿਸਟਰ ਪੁੱਲਰ, 2024 ਲਈ ਰਸਤਾ ਖੁੱਲਾ, ਤੁਸੀਂ ਠੀਕ ਕਹਿ ਰਹੇ ਸੀਗੇ। ਗੱਲ ਇਸ ਤਰ੍ਹਾਂ ਹੈ ਵੀ ਜਿਹੜੀ ਮੈਂ ਗੱਲ ਸੁਣ ਰਿਹਾ ਸੀਗਾ ਸਾਡੇ ਸਰੀਨ ਸਾਹਿਬ ਦੀ, ਗੱਲ ਇਹ ਹੈ ਕਿ ਕੀ ਭਾਰਤੀ ਜਨਤਾ ਪਾਰਟੀ ਜਿਹੜੇ ਆਪਣੇ ਦੇ ਕਾਰਜਕਰਤਾ ਨੇ, ਜਿਨ੍ਹਾਂ ਨੇ ਦਰੀਆਂ ਵਿਛਾਈਆਂ, ਜਿਨ੍ਹਾਂ ਨੇ ਕੁਰਸੀਆਂ ਡਾਈਆਂ, ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ, ਕਿ ਉਹਨਾਂ ਦੇ ਸਿਰ ਦੇ ਬਲਬੂਤੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਧ ਫੁੱਲ ਰਹੀ ਹੈ। ਅੱਜ ਵੱਧ ਫੁੱਲ ਕੇ ਸਿਰ ਤੇ ਰਹੀ ਹੈ। ਕੈਪਟਨ ਸਾਹਿਬ, ਉਹਨਾਂ ਦੀ ਟੀਮ ਜਿਹੜੀ ਕਰਪਟ ਟੀਮ ਸੀ, ਜਿਹਦੇ ਖਿਲਾਫ ਇਹ ਧਰਨੇ ਦਿੰਦੇ ਸੀ ਜਾ ਕੇ, ਅੱਜ ਜਲੰਧਰ ਦੀ ਇਲੈਕਸ਼ਨ ਲੜਦੀ ਸੀ, ਤੇ ਜਿਹੜੇ ਇਹਨੇ ਕਾਰਜਕਰਤਾ ਸੀ ਉੱਥੋਂ ਦੇ, ਜਿਨ੍ਹਾਂ ਨੇ ਮਿਹਨਤ ਕੀਤੀ, ਉਹਨਾਂ ਨੂੰ ਛੱਡ ਕੇ ਤੇ ਅਕਾਲੀ ਦਲ ਚੋਂ ਅਡਾਪਟ ਕਰਨਾ ਪਿਆ ਬੰਦਾ। ਹੁਣ ਚਲੋ ਬਰਾਦਰੀ ਦੀ ਵੋਟ ਪਈ ਹੈ, ਲੇਕਿਨ ਇਹਨਾਂ ਨੂੰ ਬੀਜੇਪੀ ਨੂੰ ਇਹਨਾਂ ਦੀ ਆਪਣੀ ਵੋਟ ਕਿੰਨੀ ਕੁ ਪਈ ਹੈ ਉੱਥੇ, ਫਿਰ ਵੀ ਜ਼ਮਾਨਤ ਜ਼ਬਤ ਹੋਈ ਹੈ, ਤੇ ਆਪਾਂ ਕਿਸ ਸੀਟ ਦੇ ਉੱਤੇ ਛਾਲਾ ਮਾਰਦੇ ਆ। ਔਰ ਦੂਜੀ, ਮੈਂ ਖੜਿਆਲ ਸਾਹਿਬ ਦੀ ਗੱਲ ਦਾ ਜਵਾਬ ਦੇਣਾ ਚਾਹੁੰਦਾ, ਅਗਰ ਤੁਸੀਂ ਪੰਜਾਬ ਦਾ ਕੋਈ ਸਵਾਰਿਆ ਹੁੰਦਾ, ਇੰਦਰਾ ਗਾਂਧੀ ਨਾ ਮਰਦੀ, ਨਾ ਬੇਅੰਤ ਸਿੰਘ ਨੂੰ ਮਾਰਿਆ ਜਾਂਦਾ, ਉਹ ਦੋਵੇਂ ਜੀਂਦੇ ਹੁੰਦੇ। ਮੈਂ ਕਹਿੰਦਾ ਆਪਾਂ ਸ਼ਬਦਾਂ ਦੀ ਮਰਿਆਦਾ ਰੱਖੀਏ। ਇੱਥੇ ਆਪਾਂ ਉਸ ਡਿਬੇਟ 'ਚ ਨਾ ਪਾਈਏ। ਮੇਰੀ ਬੇਨਤੀ ਕਰ ਰਹੇ ਹੋ, ਪਾਰਟੀ ਨੂੰ ਰਿਪਰੈਜ਼ੈਂਟ ਕਰ ਰਹੇ ਹੋ। ਆਪਾਂ ਵੱਖਰੀ ਡਿਬੇਟ ਕਰ ਲਾਂਗੇ, ਇਹ ਵੱਖਰੀ ਡਿਬੇਟ ਦਾ ਵਿਸ਼ਾ, ਇਹ ਵੱਖਰੀ ਡਿਬੇਟ ਦਾ ਵਿਸ਼ਾ। ਭੁੱਲਰ ਸਾਹਿਬ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਨਾ, ਉਧਰੋਂ ਅਕਾਲੀ ਦਲ ਤੋਂ, ਇੱਕ ਮਿੰਟ ਸਰ ਸੁਣ ਤਾਂ ਲਓ ਨਾ। ਤੁਸੀਂ ਕਹਿ ਰਹੇ ਹੋ ਜਿਹੜਾ ਕੈਂਡੀਡੇਟ ਲਿਆ, ਸਰ ਚਾਰੇ ਧਿਰਾਂ ਬੈਠੀਆਂ ਨਾ, ਤੁਸੀਂ ਚਾਰੇ ਧਿਰਾਂ ਦੇ ਜਿਹੜੇ ਕੈਂਡੀਡੇਟ ਇੱਕ ਦੂਜੇ ਨਾਲ ਰਿਪਲੇਸ ਹੋਏ ਆ, ਠੀਕ ਹੈ। ਕੱਲਾ ਇਹਨਾਂ ਦੇ ਕੱਲਾ ਬੀਐਸਪੀ ਤੋਂ ਆਇਆ ਸੁੱਖੀ ਸਾਹਿਬ ਵੀ ਕਰੇ ਪੁਰਾਣੇ ਵੇਲਿਆਂ 'ਚ, ਕੀ ਕਿੱਧਰ ਯਾਦ ਕਰਾਈ ਹੈ ਤੁਸੀਂ? ਹਾਂ ਐਮਐਲਏ ਅਕਾਲੀ ਦਲ ਤੋਂ ਬਣੇ ਸੀ। ਹਾਂ ਐਮਐਲਏ ਅਕਾਲੀ ਦਲ ਤੋਂ ਮੰਨ ਗਿਆ ਤੁਹਾਡੀ ਗੱਲ। ਮੈਂ ਸਾਰਿਆਂ ਨੇ ਤੇ ਉਹਨਾਂ ਨੇ ਕਾਂਗਰਸ ਤੋਂ ਲੈ ਲਿਆ ਕੈਂਡੀਡੇਟ, ਪਾਸੀ ਸਾਹਿਬ ਰਹੇ ਨੇ। ਹਾਂ ਇੱਕ ਮਿੰਟ, ਹੁਣ ਮੇਰੀ ਗੱਲ ਪੂਰੀ ਹੋਣ ਦਿਓ। ਬੋਲੋ। ਦੂਸਰੀ ਗੱਲ, ਹਾਂ, ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਐਕਸਪੈਰੀਮੈਂਟ ਕਰ ਰਹੀ ਹੈ ਇਸ ਟਾਈਮ ਅਜੇ ਤੱਕ, ਓਕੇ, ਕਿ ਸੱਚੋਂ ਖੱਬਿਓਂ ਬੰਦੇ ਲਿਆ ਕੇ ਸ਼ਾਇਦ ਅਸੀਂ ਆਪਣਾ ਵੋਟ ਬੈਂਕ ਇਨਕਰੀਜ਼ ਕਰ ਲਈਏ, ਜਿਹੜਾ ਨਹੀਂ ਹੋ ਪਾ ਰਿਹਾ। ਚਲੋ, ਔਰ ਮੈਂ ਤੁਹਾਨੂੰ ਉਹੀ ਗੱਲ ਕਹੀ ਹੈ ਕਿ ਅਸੀਂ ਤਾਂ ਕਹਿ ਨਹੀਂ ਦੇ ਵੀ ਸਾਡੇ ਨਾਲ ਸਮਝੌਤਾ ਕਰ ਲਓ, ਤੇ ਇਹਨਾਂ ਨੂੰ ਇਹ ਬਿਆਨ ਦੇਣ ਦੀ ਲੋੜ ਕਿਉਂ ਪੈ ਰਹੀ ਹੈ ਵੀ ਸਮਝੌਤਾ ਨਹੀਂ ਕਰਾਂਗੇ? ਚਲੋ ਮੈਂ ਪੁੱਛਦਾ ਭੁੱਲਰ ਸਾਹਿਬ, ਮੈਂ ਪੁੱਛਦਾ ਇਹ ਉਹ ਨਿਆਣੇ ਵਾਲੀ ਗੱਲ ਹੋ ਗਈ। ਹਾਂ ਮੈਂ ਪੁੱਛਦਾ, ਜਿਹੜਾ ਕਹਿੰਦਾ ਮੈਂ ਖਡਾਉਣਾ ਲੈਣਾ ਵੀ ਨਹੀਂ ਤੇ ਲੈਣਾ ਵੀ, ਉਹਦੀ ਜਿੱਦ ਵੀ ਕਰੀ ਜਾਂਦਾ। ਚਲੋ ਸਰੀਨ ਸਾਹਿਬ, ਤੁਸੀਂ ਇਹ ਬਿਆਨ ਕਿਉਂ ਦਿੰਨੇ ਪਏ ਵਾਰ-ਵਾਰ? ਤੁਹਾਡੇ ਕਦੇ ਕੋਈ ਲੀਡਰ ਇਹ ਬਿਆਨ ਦੇ ਦਿੰਦਾ ਵੀ ਹਾਂ ਗੱਠਜੋੜ ਹੁੰਦਾ ਤਾਂ ਚੰਗਾ ਹੁੰਦਾ, ਅਸੀਂ ਹਾਰ ਗਏ, ਕੋਈ ਕਹਿੰਦਾ ਕਰਨਾ ਹੀ ਨਹੀਂਗਾ, ਇਹ ਕੀ ਕਰ ਕੀ ਰਹੇ ਹੋ ਸਰੀਨ ਸਾਹਿਬ? ਦੇਖੋ, ਜਿਹੜੀ ਪੁਰੀ ਜੀ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਉਹਦੇ 'ਚ ਇਸ਼ੂ ਨਹੀਂ ਸੀਗਾ, ਕ੍ਰਾਸ ਕੁਐਸਚਨ ਦੇ ਵਿੱਚ ਕ੍ਰਾਸ ਕੁਐਸਚਨ ਆਇਆ, ਤੇ ਜੇ ਤੁਸੀਂ ਮੇਰੇ ਕੋਲ ਕੇਪੀ ਜੀ ਕੋਈ ਸਵਾਲ ਪੁੱਛ ਲਓ ਤੇ ਮੈਂ ਤੁਹਾਨੂੰ ਜਵਾਬ ਦੇਣਾ ਹੀ ਹੈ, ਜੇ ਨਾ ਦਊਂਗਾ ਤੇ ਤੁਸੀਂ ਕੀ ਕਹਿਣਾ ਕਿ ਜਵਾਬ ਹੈ ਨਹੀਂ। ਸਿਰਫ ਇੰਨੀ ਕੁ ਗੱਲ ਹੋਈ ਹੈ। ਇਹ ਤਾਂ ਚੀਮਾ ਸਾਹਿਬ ਇੱਕ ਮਿੰਟ ਹਾਂ ਬੋਲੋ ਭੁੱਲਰ ਸਾਹਿਬ ਬੋਲੋ। ਚੀਮਾ ਸਾਹਿਬ, ਗੱਲ ਇਸ ਤਰ੍ਹਾਂ ਹੈ ਕਿ ਮੈਂ ਪਾਸੀ ਸਾਹਿਬ ਦੀ ਗੱਲ ਦਾ ਵੀ ਜਵਾਬ ਦੇ ਦਿੰਦਾ, ਖੜਿਆਲ ਸਾਹਿਬ ਦੀ ਗੱਲ ਦਾ ਵੀ ਜਵਾਬ ਦੇ ਦਿੰਦਾ। ਸਾਡੇ ਗੱਠਜੋੜ ਦੇ ਟਾਈਮ ਦੇ ਉੱਤੇ ਜਿਹਨਾਂ ਸੜਕਾਂ ਤੇ ਅੱਜ ਗੱਡੀਆਂ ਚਲਾਉਂਦੇ ਨੇ, ਉਹ ਸੜਕਾਂ ਬਣੀਆਂ ਨੇ। ਸਾਡੇ ਗੱਠਜੋੜ ਦੇ ਟਾਈਮ ਜਿਹਨਾਂ ਜਾ ਕੇ ਜੁਡੀਸ਼ੀਅਲ ਕੰਪਲੈਕਸਾਂ ਦੇ ਵਿੱਚ ਬਹਿੰਦੇ ਨੇ, ਉਹ ਸਾਡੇ ਟਾਈਮ ਤੇ ਬਣੇ ਨੇ। ਚਲੋ ਜਿਹੜੇ ਪਰਿਵਾਰ ਖਾਨੇ ਬਣੇ, ਉਹ ਸਾਡੇ ਟਾਈਮ ਤੇ ਬਣੇ। ਚਲੋ ਠੀਕ ਹੈ ਭੁੱਲਰ ਸਾਹਿਬ, ਠੀਕ ਹੈ। ਨਹੀਂ, ਉਹ ਡਾਕਟਰ ਚੀਮਾ ਬਾਰੇ ਕੁਝ ਕਹਿਣਾ ਚਾਹ ਰਹੇ ਸਰੀਨ ਸਾਹਿਬ, ਬੋਲੋ ਸਰੀਨ ਸਾਹਿਬ। ਕਹਿ ਰਹੇ ਹਾਂ ਕਿ ਪਿੱਛੇ ਦੇ ਕੁਝ ਦਿਨ ਪਹਿਲਾਂ ਚੀਮਾ ਸਾਹਿਬ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਸੀ, ਸਪੈਸ਼ਲੀ ਇਸੇ ਵਿਸ਼ੇ ਤੇ, ਜਦੋਂ ਇਹ ਆਮ ਆਦਮੀ ਪਾਰਟੀ ਕੋਈ ਆਪਰੇਸ਼ਨ ਲੋਟਸ ਦਾ ਰੌਲਾ ਪਾਉਂਦੀ ਸੀਗੀ। ਨਾ ਆਪਰੇਸ਼ਨ ਲੋਟਸ ਦਾ ਕੋਈ ਧਰਾਤਲ ਤੇ ਕੁਝ ਲੱਭਿਆ, ਨਾ ਇਹ ਜੀ ਕੋਈ ਗੱਲ ਹੈ। ਠੀਕ ਹੈ, ਇਹ ਅੱਜ ਸਪਸ਼ਟ ਹੈ ਕਿ ਅੱਜ ਦਿਨ ਤੱਕ ਸਾਡਾ ਅਕਾਲੀ ਦਲ ਦੇ ਨਾਲ ਕਿਸੇ ਪ੍ਰਕਾਰ ਦਾ ਕੋਈ ਸਮਝੌਤੇ ਦੀ ਕੋਈ ਮਤਲਬ, ਮੈਂ ਕਹਿੰਦਾ ਸਵਾਲ ਹੀ ਨਹੀਂ। ਚਲੋ ਠੀਕ। ਪਾਸੀ ਸਾਹਿਬ, ਭੁੱਲਰ ਸਾਹਿਬ ਨੇ ਗੱਲ ਕੀ ਹੈ, ਗੱਠਜੋੜ ਦੇ ਹੁੰਦਿਆਂ ਪੰਜਾਬ ਦਾ ਵਿਕਾਸ ਹੋਇਆ, ਇਹਨਾਂ ਨੇ ਕੋਈ ਚੀਜ਼ਾਂ ਗਿਣਾ ਵੀ ਦਿੱਤੀਆਂ।
ਪੰਜਾਬ ਦਾ ਵਿਕਾਸ ਹੋਇਆ ਕਿਉਂਕਿ 70 ਗੈਂਗਸਟਰ ਗਰੁੱਪ ਪੈਦਾ ਹੋਏ ਉਸ ਗੱਠਜੋੜ ਦੇ ਸਮੇਂ। ਉਸ ਗੱਠਜੋੜ ਦੇ ਸਮੇਂ ਚਿੱਟਾ ਪੰਜਾਬ ਦੇ ਵਿੱਚ ਇੰਟਰੋਡਿਊਸ ਹੋਇਆ। ਨਾ ਸਿਰਫ ਇੰਟਰੋਡਿਊਸ ਹੋਇਆ, ਬੜੀ ਤੇਜ਼ੀ ਦੇ ਨਾਲ ਫੈਲਿਆ। ਇਹ ਜਿਹੜੇ ਵਿਕਾਸ ਦੀਆਂ ਗੱਲਾਂ ਕਰਦੇ ਆ, ਉਸ ਟਾਈਮ ਦੇ ਵਿੱਚ ਤੁਹਾਡੇ ਯਾਦ ਹੋਏਗਾ ਕਿ ਰਵੀ ਸਿੱਧੂ ਵਰਗੇ ਕਾਂਡ ਵੀ ਹੋਏ ਇਹਨਾਂ ਦੀ ਸਰਕਾਰਾਂ ਸਮੇਂ। ਤੇ ਜੇ ਤੁਸੀਂ ਵਿਕਾਸ ਦੀਆਂ ਗੱਲਾਂ ਕਰਦੇ ਹੋ ਤੇ ਪੰਜਾਬ ਦਾ, ਜੋ ਮੈਂ ਪਹਿਲਾਂ ਹੀ ਦੱਸਿਆ ਕਿ ਅੱਜ ਤੱਕ ਹੁਣ ਤਾਂ ਇੱਕ ਦੂਜੇ ਦੇ ਖੁਦ ਦੱਸਣ ਲੱਗ ਗਏ ਕਿ ਕਿਆ ਕੁਝ ਹੁੰਦਾ ਰਿਹਾ। ਔਰ ਸਰੀਨ ਸਾਹਿਬ ਉਹਨੀ ਵੀ ਵਿਚਾਰੇ ਇੱਕ ਜਗ੍ਹਾ ਸੱਚੀਆਂ, ਇਹਨਾਂ ਦੇ ਕਾਰਜਕਰਤਾਵਾਂ ਦੀ ਪਿਟਾਈ ਤੱਕ ਹੋਈ ਸੀ ਅਕਾਲੀ ਦਲ ਦੇ ਕਾਰਜਕਰਤਾਵਾਂ ਦੁਆਰਾ। ਜਿਹੜੀ ਤੁਸੀਂ ਗੱਲਾਂ ਅੱਜ ਹੁਣ ਵੀ ਦੇਖੋ, ਭੁੱਲਰ ਸਾਹਿਬ ਨੂੰ ਮੈਂ ਇਹੀ ਕਹਿਣਾ ਚਾਹੂੰਗਾ ਕਿ ਮੰਥਨ ਕਰੋ ਕਿ ਪਿੱਛੇ ਗਲਤੀਆਂ ਕਿਆ ਹੋਈਆਂ। ਬਾਕੀ ਆਸ ਨਾ ਰੱਖੋ ਇੱਕ ਦੂਜੇ ਤੋਂ, ਕਿਉਂਕਿ ਦੋਨੋਂ ਨਹੀਂ ਪਾਸੀ ਸਾਹਿਬ ਤੁਹਾਨੂੰ ਵੀ ਡਰ ਲੱਗਦਾ ਕਿਤੇ ਇਕੱਠੇ ਹੋ ਗਏ ਤਾਂ ਤੁਹਾਨੂੰ ਨਾ ਖਤਰਾ ਪੈਦਾ ਹੋ ਜਾਏ? ਇੱਕ ਮਿੰਟ ਭੁੱਲਰ ਸਾਹਿਬ, ਇੱਕ ਮਿੰਟ ਸਰ ਦੇਖੋ, ਪਰਦੇ ਪਿੱਛੇ ਅੱਜ ਵੀ ਇਹ ਇਕੱਠੇ ਹੈ। ਇਹ ਸਿਰਫ ਇੱਕ ਸ਼ੋਸ਼ਾ ਬਣਾਉਣ ਦੀ ਕੋਸ਼ਿਸ਼ ਹੈ। ਪਰਦੇ ਪਿੱਛੇ ਅੱਜ ਵੀ ਇਕੱਠੇ ਹੈ। ਜਿੱਦਣ ਇਹਨਾਂ ਨੇ ਬੀਬਾ ਬਾਦਲ ਜੀ ਨੇ ਅਸਤੀਫਾ ਦਿੱਤਾ ਸੀ ਨਾ ਮਿਨਿਸਟਰੀ ਤੋਂ, ਐਨਡੀਏ ਨਹੀਂ ਸੀ ਛੱਡਿਆ। ਇਹ ਤੁਸੀਂ ਚੈੱਕ ਕਰ ਲਿਓ। ਚਲੋ ਹਾਂ ਮਿਸਟਰ ਖੜਿਆਲ, ਲਾਸਟ ਕਮੈਂਟ ਪਲੀਜ਼ ਫਟਾਫਟ। ਦੇਖੋ, ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇੱਕ ਦੂਜੇ ਨੂੰ ਐਕਸਪੋਜ਼ ਕੀਤਾ, ਰੱਜ ਕੇ ਐਕਸਪੋਜ਼ ਕੀਤਾ। ਇਹ ਐ ਗਲਤ ਸੀਗੇ ਜੀ, ਇਹਨਾਂ ਨੇ ਆਹ ਗਲਤ ਕੀਤਾ। ਇੱਥੋਂ ਇੱਕ ਚੀਜ਼ ਝਲਕੀ, ਇੱਕ ਦੂਜੇ ਦੇ ਲਈ ਦਿਲ 'ਚ ਨਫ਼ਰਤ ਬਹੁਤ ਜ਼ਿਆਦਾ, ਉਹਦੇ ਬਾਵਜੂਦ ਇਕੱਠੇ ਦੇ ਕਿੰਨਾ ਟਾਈਮ। ਇੱਥੋਂ ਕੀ ਝਲਕਦਾ ਹੈ ਕਿ ਸਿਰਫ ਔਰ ਸਿਰਫ ਪੋਲੀਟੀਕਲ ਗੇਮਸ ਲਈ, ਚਾਹੇ ਮਤਭੇਦ ਵੀ ਸੀ, ਮਨਭੇਦ ਵੀ ਸੀ, ਲੇਕਿਨ ਸਿਰਫ ਪੋਲੀਟੀਕਲ ਗੇਮਸ ਲਈ ਇਕੱਠੇ ਸੀਗੇ। ਇਹ ਚੀਜ਼ ਝਲਕਦੀ ਹੈ। ਦੂਜੀ ਗੱਲ, ਭਾਰਤੀ ਜਨਤਾ ਪਾਰਟੀ ਨੂੰ ਜਿਹੜਾ ਮੈਂ ਸਵਾਲ ਪੁੱਛਿਆ ਸੀਗਾ ਵੀ ਪੁਰੀ ਸਾਹਿਬ ਇੱਕ ਪਾਸੇ ਕਹਿ ਰਹੇ ਸ਼੍ਰੋਮਣੀ ਅਕਾਲੀ ਦਲ ਫੇਲ ਹੋ ਗਿਆ, ਦੂਜੇ ਪਾਸੇ ਕਹਿ ਰਹੇ ਸਾਡੀ ਪਾਰਟੀ ਸ਼ਾਮਿਲ ਹੋ ਜਾਓ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ ਨੂੰ। ਇਹ ਕੀ ਦੋਹਰੇ ਮਾਪਦੰਡ ਨਹੀਂ ਹੈ ਸਰ? ਉਹਨਾਂ ਦਾ ਇਲੈਕਸ਼ਨ ਲੜ ਲੀਆਂ ਕੈਂਡੀਡੇਟ ਲਿਆ ਕੇ ਤਾਂ ਕਮਾਲ ਕਰਦੇ ਹੋ ਖੜਿਆਲ ਸਾਹਿਬ। ਮੈਂ ਕਹਿੰਦਾ ਇੱਕ ਸੈਕਿੰਡ ਜੀ, ਨੈਤਿਕਤਾ ਕਿੱਧਰ ਗਈ ਫਿਰ? ਮੋਰੈਲਿਟੀ ਕਿੱਧਰ ਗਈ? ਜੇ ਮੈਂ ਕਿਸੇ ਨੂੰ ਕਹਿਣਾ ਵੀ ਤੂੰ ਫੇਲਿਅਰ ਹੈ ਤੇ ਮੈਂ ਦੂਜੇ ਪਾਸੇ ਕਹਾਂ ਵੀ ਮੇਰੀ ਟੀਮ ਚ ਆ ਕੇ ਸ਼ਾਮਿਲ ਹੋ ਜਾ, ਉਹ ਝਲਕਾਊਗਾ ਨਹੀਂ ਵੀ ਮੇਰੇ ਦੋਹਰੇ ਮਾਪਦੰਡ ਡਬਲ ਸਟੈਂਡਰਡਸ ਹੈ। ਇਹ ਗੱਲ ਉਹ ਤਾਂ ਦੂਜੇ ਵੀ ਕਹਿੰਦੇ ਸੀ ਕੂੜਾ ਨਹੀਂ ਲੈਣਾ ਅਸੀਂ। ਇਹ ਤਾਂ ਸਾਰਿਆਂ ਨਾਲ ਹੀ ਹੈ ਫਿਰ। ਇਹ ਤਾਂ ਦੂਜੇ ਵੀ ਕਹਿੰਦੇ ਕੂੜਾ ਨਹੀਂ ਲੈਣਾ ਅਸੀਂ, ਕੂੜਾ ਨਹੀਂ ਚੱਕਣਾ। ਮੈਂ ਕਹਿੰਦਾ ਜੇ 2 3 4 ਲੋਕ ਗਲਤ ਹੈ ਤਾਂ ਉਹਦਾ ਇਹ ਮਤਲਬ ਨਹੀਂ ਹੈ ਵੀ ਜੇ ਸਾਰੇ ਗਲਤ ਹੋ ਰਹੇ ਆ ਤੇ ਸਭ ਉਹ ਠੀਕ ਹੋ ਜਾਂਦਾ ਹੈ। ਗਲਤ ਰਹੂਗਾ, 2 wrongs will never make one right। ਚੌਥਾ, ਇਹਨਾਂ ਨੇ ਗੱਲ ਕੀਤੀ ਵੀ ਬੀਜੇਪੀ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਕਰਕੇ ਬੀਜੇਪੀ ਨੂੰ। ਮੈਂ ਜਵਾਬ ਦਿੰਦਾ, ਸ਼੍ਰੋਮਣੀ ਅਕਾਲੀ ਦਲ ਕਰਕੇ ਬੀਜੇਪੀ ਨੂੰ ਨੈਸ਼ਨਲ ਲੈਵਲ ਤੇ ਨੁਕਸਾਨ ਹੋਇਆ ਤੇ ਬੀਜੇਪੀ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਵਿੱਚ ਨੁਕਸਾਨ ਹੋਇਆ। ਤੇ ਲਾਸਟ ਪੁਆਇੰਟ, ਸ਼੍ਰੋਮਣੀ ਅਕਾਲੀ ਦਲ ਵੱਡੀਆਂ ਗੱਲਾਂ ਦਾ ਕਰਦਾ ਹੈ, ਲੇਕਿਨ ਇਹ ਭੁੱਲੇ ਨਾ ਬੇਅਦਬੀ ਇਹਨਾਂ ਦੇ ਰਾਜ 'ਚ ਹੋਈ, ਗੋਲੀकांड 'ਚ ਇਹਨਾਂ ਦੇ ਲੀਡਰ ਚਲਾਨ ਹੋ ਗਏ, ਡਰੱਗਸ ਦੇ ਕੇਸ ਦੇ ਵਿੱਚ 6 ਮਹੀਨੇ ਇਹਨਾਂ ਦੇ ਲੀਡਰਸ ਨੇ ਲਏ, 25 27 ਏ ਤੇ 29 NDPS ਐਕਟ ਲੱਗਿਆ। ਸੋ ਦੂਜੇ ਤੇ ਇਲਜ਼ਾਮ ਲਾਉਣ ਤੋਂ ਪਹਿਲਾਂ ਮੰਥਨ ਜ਼ਰੂਰ ਕਰ ਲਿਆ ਕਰਨ ਤੇ ਆਈਨਾ ਜ਼ਰੂਰ ਦੇਖ ਲਿਆ ਕਰਨ, ਕਿਉਂਕਿ ਜਿਨ੍ਹਾਂ ਦੇ ਘਰ ਸ਼ੀਸ਼ੇ ਦੇ ਬਣੇ ਹੁੰਦੇ ਨਾ, ਦੂਜੇ ਦੇ ਘਰਾਂ ਦੇ ਪੱਥਰ ਨਹੀਂ ਮਾਰਦੇ। ਤੇ ਜਦੋਂ ਆਪਾਂ ਗੱਲਾਂ ਕਰਦੇ ਆਪਾਂ ਆਪਣੀ ਪਾਰਟੀ ਦਾ ਕਿਰਦਾਰ ਸ਼ੋ ਕਰਦੇ। ਮੈਂ ਉਮੀਦ ਕਰਦਾ ਕਿ ਪਰਸਨਲ ਗੱਲਾਂ ਨਾ ਹੋਣ। ਚਲੋ ਸਰੀਨ ਸਾਹਿਬ, ਕਾਂਗਰਸ ਨੇ ਬੜਾ ਸਵਾਲ ਹੈ ਦੂਜੀ ਵਾਰੀ ਚੱਕ ਲਿਆ ਵੀ ਤੁਸੀਂ ਤਾਂ ਫੇਲ ਕਹਿੰਦੇ ਇਹਨਾਂ ਨੂੰ, ਤੇ ਫੇਲ ਵਾਲਿਆਂ ਦੇ ਲੀਡਰ ਤੇ ਇਲੈਕਸ਼ਨ ਲੜਦੇ ਹੋ ਤੁਸੀਂ। ਦੇਖੋ, ਕਾਂਗਰਸ ਪਾਰਟੀ ਤਾਂ ਆਪਣਾ ਵਜੂਦ ਝਪਾਲੇ ਪੂਰੇ ਦੇਸ਼ ਦੇ ਅੰਦਰ ਇਹਨਾਂ ਦੀਆਂ ਸਰਕਾਰਾਂ ਗਿਰਦੀਆਂ ਜਾ ਰਹੀਆਂ। ਜੇ ਕਦੀ ਕਿਤੇ ਸਰਕਾਰ ਕਰਨਾਟਕ ਨੇ ਹਲਾਤਾ ਤੁਹਾਨੂੰ ਸਰੀਨ ਸਾਹਿਬ, ਕਰਨਾਟਕ ਕਿਉਂ ਭੁੱਲਦੇ ਪਏ ਹੁਣ? ਮੈਂ ਕਿਹਾ 2 ਸਰਕਾਰਾਂ ਬਣ ਗਈਆਂ, ਉਹਦੇ ਨਾਲ ਦੇਸ਼ ਨਹੀਂ ਜੇ ਥੋੜਾ। ਰਾਜਸਥਾਨ ਦੇ ਚੁਣਾਵ ਹੈ, ਝਾਰਖੰਡ ਦੇ ਚੁਣਾਵ ਹੈ, ਤੁਹਾਡੇ ਸਾਹਮਣੇ ਸਾਰੇ ਉਹ ਕਹਿ ਰਹੇ ਆ, ਜਿਹੜੇ ਕੱਲ ਪਰਸੋਂ ਉੱਥੇ ਵੀ ਦਿਖਾ ਰਹੇ ਸੀ ਕਿ ਕਿਹਦੇ ਬਾਅਦ ਕਿਹੜੀਆਂ ਸਰਕਾਰਾਂ ਫੇਮਸ ਹੈ, ਉੱਥੇ ਬੀਜੇਪੀ ਆ ਰਹੀ ਹੈ। ਔਰ ਪੰਜਾਬ ਦੇ ਵਿੱਚ ਵੀ ਇਹ ਸਾਨੂੰ ਕਹਿੰਦੇ ਸਾਡੀ ਚਿੰਤਾ ਨਾ ਕਰਨ। ਚਲੋ ਸਰੀਨ ਸਾਹਿਬ ਇੱਕ ਆਖਰੀ ਸਵਾਲ, ਸਰੀਨ ਸਾਹਿਬ ਇੱਕ ਆਖਰੀ ਸਵਾਲ। ਗੱਠਜੋੜ ਤੋਂ ਬਿਨਾ ਪਹਿਲੀ ਵਾਰੀ ਜ਼ਮਾਨਤ ਜ਼ਬਤ ਹੋਈ ਹੈ ਤੁਹਾਡੇ ਲੀਡਰ ਦੀ? ਗੱਠਜੋੜ ਤੋਂ ਬਿਨਾ ਜਿਹੜੀ ਹੈ ਪਹਿਲੀ ਵਾਰੀ ਹੋਈ ਹੈ, ਕਿਦਾਂ ਦੀ ਤਾਂ ਕੋਈ ਇਸ਼ੂ ਨਹੀਂ ਆਇਆ। ਕਿਉਂ ਦੂਸਰੀ ਵਾਰ ਹੋਈ ਗੱਠਜੋੜ ਤੋਂ ਬਿਨਾ? ਸੰਗਰੂਰ ਵੀ ਜ਼ਮਾਨਤ ਇਹ ਪਹਿਲੀ ਵਾਰੀ ਦਰਜ ਹੋਈ ਹੈ। ਸੰਗਰੂਰ ਦੇ ਵਿੱਚ ਤੀਜੇ ਨੰਬਰ ਤੇ ਆਏ ਸੀ, ਉੱਥੇ ਕੋਈ ਜ਼ਮਾਨਤ ਜ਼ਬਤ ਹੀ ਨਹੀਂ ਹੋਈ। ਚਲੋ ਸਿਆਸਤ ਛੱਡ ਕੇ ਚਲੋ ਪੰਜਾਬ ਦੀ ਜ਼ਮਾਨਤ ਲਈ ਕੌਣ ਗੱਠਜੋੜ ਕਰੇਗਾ, ਸਵਾਲ ਇਹੀ ਹੈ। ਬਹੁਤ ਧੰਨਵਾਦ ਸਰੀਨ ਸਾਹਿਬ ਤੁਹਾਡਾ, ਭੁੱਲਰ ਸਾਹਿਬ ਤੁਹਾਡਾ ਬਹੁਤ ਧੰਨਵਾਦ, ਮਿਸਟਰ ਪਾਸੀ ਤੁਹਾਡਾ ਬਹੁਤ ਧੰਨਵਾਦ, ਖੜਿਆਲ ਸਾਹਿਬ ਤੁਹਾਡਾ ਬਹੁਤ ਧੰਨਵਾਦ। ਕਿਸ ਨੂੰ ਮਹਿੰਗਾ ਪਿਆ ਗੱਠਜੋੜ? ਡਿਬੇਟ ਤੁਹਾਡੇ ਸਾਹਮਣੇ ਪਈ ਹੈ। ਬਹੁਤ ਧੰਨਵਾਦ।